गुड इवनिंग स्टूडेंट्स। ਅੱਜ ਆਪਾਂ ਟਾਸਕ 2 ਡਿਸਕਸ ਕਰਾਂਗੇ। ਟਾਸਕ 2 ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਟੇਟਮੈਂਟ ਨੂੰ ਸਮਝਾਂਗੇ। ਸਟੇਟਮੈਂਟ ਆਪਾਂ ਨੂੰ ਕੀ ਕਹਿ ਰਹੀ ਆ? ਸਰਟਨ ਪੀਪਲ ਬਲੀਵ ਥੈਟ, ਸਰਟਨ ਪੀਪਲ ਨਿਸ਼ਚਿਤ ਪੀਪਲ ਮਤਲਬ ਕੁਝ ਲੋਕ ਇਹ ਵਿਸ਼ਵਾਸ ਕਰਦੇ ਆ the only way to reduce crime। ਆਪਾਂ ਸਟੇਟਮੈਂਟ ਨੂੰ ਬੜੇ ਕੇਅਰਫੁਲੀ ਸਮਝਣਾ ਹੈ ਕਿ ਸਟੇਟਮੈਂਟ ਇਹ ਕਹਿ ਰਹੀ ਕਿ ਕੁਝ ਲੋਕ ਇਹ ਵਿਸ਼ਵਾਸ ਕਰਦੇ ਆ the only way to reduce crime is sentencing criminal for longer time periods। ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਜ਼ਰੂਰੀ ਕੀ ਹੁੰਦਾ ਕਿ ਸਟੇਟਮੈਂਟ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ ਕਿ ਸਟੇਟਮੈਂਟ ਸਾਨੂੰ ਕੀ ਕਹਿ ਰਹੀ ਆ। ਇਹਦੇ ਚ ਉਹ ਆਪਾਂ ਨੂੰ ਕਹਿ ਰਹੀ ਕਿ ਨਿਸ਼ਚਿਤ ਲੋਕ ਇਹ ਵਿਸ਼ਵਾਸ ਕਰਦੇ ਆ ਕਿ ਜਿਹੜਾ ਕ੍ਰਾਈਮ ਨੂੰ ਘਟਾਉਣ ਦਾ, ਰਿਡਿਊਸ ਕ੍ਰਾਈਮ ਨੂੰ ਘਟਾਉਣ ਦਾ ਇੱਕੋ ਹੀ ਕਾਰਨ ਆ, ਓਨਲੀ ਵੇ is sentencing criminal for longer time period ਕਿ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਲੌਂਗ ਟਾਈਮ ਪੀਰੀਅਡ ਦੇ ਲਈ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਵੇ। ਇਹ ਲਾਈਨ ਕਹਿ ਰਹੀ ਹੈ ਕੁਝ ਲੋਕ, ਤੇ ਦੂਜੇ ਲੋਕ ਕੀ ਕਹਿ ਰਹੇ? while others believe, others ਕੀ believe ਕਰਦੇ ਆ? alternative methods should be used to lower crime ਕਿ alternative methods ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਹੈ ਕ੍ਰਾਈਮ ਨੂੰ ਘਟਾਉਣ ਦੇ ਲਈ। ਡਿਸਕਸ ਬੋਥ ਵਿਊਜ਼ ਐਂਡ ਗਿਵ ਯੋਰ ਓਪੀਨੀਅਨ। ਆਪਾਂ ਆਪਣੇ ਵਿਊਜ਼ ਨੂੰ ਵੀ ਡਿਸਕਸ ਕਰਨਾ ਹੈ ਐਂਡ ਆਪਣੀ ਓਪੀਨੀਅਨ ਵੀ ਦੇਣੀ ਆ। ਸਟੇਟਮੈਂਟ ਨੂੰ ਸਮਝਣ ਚ ਹੁਣ ਪਤਾ ਆਪਾਂ ਨੂੰ ਇਹ ਲੱਗਾ ਕਿ ਕੁਝ ਲੋਕ ਕਹਿ ਰਹੇ ਆ ਕਿ ਕ੍ਰਾਈਮ ਨੂੰ ਘਟਾਉਣ ਲਈ ਕ੍ਰਿਮੀਨਲਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ, ਜਦੋਂ ਕਿ ਦੂਜੇ ਲੋਕ ਕਹਿ ਰਹੇ ਆ ਕਿ ਜੇਲ੍ਹਾਂ ਵਿੱਚ ਬੰਦ ਕਰਨ ਨਾਲੋਂ ਕਿ ਹੋਰ ਵੀ ਮੈਥਡਸ ਨੂੰ ਅਪਣਾਇਆ ਜਾ ਸਕਦਾ ਜਿਹਦੇ ਨਾਲ ਕ੍ਰਾਈਮ ਘਟ ਜੇ। ਹੁਣ ਆਪਣੀ ਸਾਰੀ ਸਟੇਟਮੈਂਟ ਟਿਕੀ ਕਿੱਥੇ ਆ ਕਿ ਕੁਝ ਲੋਕ ਕਹਿ ਰਹੇ ਕਿ ਓਨਲੀ ਵੇ, ਇਹ ਇਕੱਲਾ ਹੀ ਤਰੀਕਾ ਵਾ। ਆਪਣੀ ਸਾਰੀ ਸਟੇਟਮੈਂਟ ਇਸ ਬੇਸ ਤੇ ਆ ਕਿ ਇਹ ਇਕੱਲਾ ਹੀ ਤਰੀਕਾ ਹੈ ਕ੍ਰਿਮੀਨਲਸ ਨੂੰ ਘੱਟ ਕਰਨ ਦਾ, ਮਤਲਬ ਕ੍ਰਾਈਮ ਨੂੰ ਘੱਟ ਕਰਨ ਦਾ ਕਿ ਜੇਲ੍ਹ ਵਿੱਚ ਬੰਦ ਕੀਤਾ ਜਾਵੇ, ਇਕੱਲਾ ਹੀ ਤਰੀਕਾ ਹੈ? ਨਹੀਂ, ਇਹਦੇ ਤੋਂ ਬਿਨਾਂ ਵੀ ਬਹੁਤ ਤਰੀਕੇ ਆ ਜਿੰਦੇ ਨਾਲ ਆਪਾਂ ਕ੍ਰਾਈਮ ਨੂੰ ਘੱਟ ਕਰ ਸਕਦੇ ਹਾਂ। ਤਾਂ ਹੁਣ ਆਪਾਂ ਡਿਸਕਸ ਕਰਾਂਗੇ ਸਟੇਟਮੈਂਟ ਨੂੰ ਬੜੇ ਹੀ ਕੇਅਰਫੁਲੀ ਸਮਝਣਾ ਹੈ ਕਿ ਸਟੇਟਮੈਂਟ ਸਾਨੂੰ ਕੀ ਕਹਿ ਰਹੀ ਹੈ। ਜਦੋਂ ਵੀ ਤੁਹਾਨੂੰ ਟਾਸਕ 2 ਦੀ ਕੋਈ ਵੀ ਸਟੇਟਮੈਂਟ ਆਉਂਦੀ ਹੈ ਤਾਂ ਉਹ ਸਟੇਟਮੈਂਟ ਨੂੰ ਸਮਝਣ ਦੇ ਲਈ ਟਾਈਮ ਜ਼ਰੂਰ ਲਗਾਓ ਕਿ ਸਾਨੂੰ ਸਟੇਟਮੈਂਟ ਕੀ ਕਹਿ ਰਹੀ ਹੈ। ਜਦੋਂ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਕਿ ਇੱਕ ਵਿਊ ਦੇ ਬੰਦੇ ਕਹਿ ਰਹੇ ਆ ਕਿ ਲੌਂਗਰ ਟਾਈਮ ਪੀਰੀਅਡ ਦੇ ਲਈ ਰੱਖਿਆ ਜਾਵੇ ਕ੍ਰਾਈਮ ਨੂੰ ਘਟਾਉਣ ਦੇ ਲਈ ਕ੍ਰਿਮੀਨਲਸ ਨੂੰ ਜੇਲ੍ਹ ਦੇ ਵਿੱਚ, ਤੇ ਦੂਜੇ ਕਹਿ ਰਹੇ ਕਿ ਕੋਈ ਹੋਰ ਮੈਥਡ ਅਪਣਾਇਆ ਜਾਏ, ਤਾਂ ਦੇਖੋ ਜਿਹੜੇ ਡਿਸਕਸ ਬਹੁਤ ਐਸੇ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ, ਕੰਬਾਈਨਡ ਤੇ ਸਿੰਗਲ, ਜਿਹੜਾ ਆਪਾਂ ਪਹਿਲਾਂ ਵੀ ਵੀਡੀਓ ਵਿੱਚ ਡਿਸਕਸ ਕਰ ਚੁੱਕੇ ਆ। ਸਿੰਗਲ ਐਸੇ ਮੀਨਸ ਜਿੰਦੇ ਵਿੱਚੋਂ ਦੋ ਪੁਆਇੰਟਸ ਦੇ ਵਿੱਚੋਂ ਆਪਾਂ ਇੱਕ ਵੱਲ ਜਾਣਾ ਹੁੰਦਾ ਹੈ, ਜਿਵੇਂ ਕਿ ਇਹ ਆ, ਜਿਵੇਂ ਕਿ ਇਹਦੇ ਵਿੱਚ ਕੁਝ ਲੋਕ ਕਹਿ ਰਹੇ ਕਿ ਲੰਬੇ ਟਾਈਮ ਦੇ ਲਈ ਜੇਲ੍ਹ ਵਿੱਚ ਬੰਦ ਕਰਕੇ ਕ੍ਰਾਈਮ ਨੂੰ ਘਟਾਇਆ ਜਾਵੇ, ਤੇ ਦੂਜੇ ਲੋਕ ਕਹਿ ਰਹੇ ਆ ਕਿ ਹੋਰ ਮੈਥਡ ਅਪਣਾਏ ਜਾਣ। ਜੇ ਇਹਨਾਂ ਦੋਨਾਂ ਵਿੱਚੋਂ ਆਪਾਂ ਇੱਕ ਸਾਈਡ ਹੀ ਜਾ ਸਕਦੇ ਆ। ਹੁਣ ਇਹਨਾਂ ਦੋਨਾਂ ਵਿੱਚੋਂ ਰਹਿ ਕੇ ਆਪਾਂ ਦੋਵੇਂ ਸਾਈਡ ਤਾਂ ਨਹੀਂ ਜਾ ਸਕਦੇ ਕਿ ਜੇਲ੍ਹ ਵਿੱਚ ਵੀ ਬੰਦ ਕੀਤਾ ਜਾਵੇ ਤੇ ਆ ਵੀ ਕੀਤਾ ਜਾਵੇ, ਬਟ ਆਪਣੇ ਐਸੇ ਸਾਰਾ ਡਿਪੈਂਡ ਹੋਊਗਾ ਓਨਲੀ ਵੇ ਟੂ। ਆਪਾਂ ਇਹ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਰਨਾ ਹੈ। ਰੀਡਿੰਗ ਤੇ ਰਾਈਟਿੰਗ ਜਿੰਦੇ ਵਿੱਚ ਬਹੁਤ ਬੱਚੇ ਇਹ ਗੱਲ ਨੂੰ ਓਨਲੀ ਸਮ ਹਾਊ ਮੈਨੀ ਨੂੰ ਧਿਆਨ ਨਹੀਂ ਦਿੰਦੇ, ਜਿੰਦੇ ਤੇ ਆਪਣੇ ਸਾਰੇ ਐਸੇ ਦੀ ਜਿਹੜਾ ਹੁੰਦਾ ਟਾਸਕ ਰਿਸਪੌਂਸ ਆ ਗਲਤ ਚਲਾ ਜਾਂਦਾ ਹੈ। ਤੇ ਆਪਣਾ ਐਸੇ ਸਿਰਫ ਇਸੇ ਗੱਲਾਂ ਦੇ ਟਿਕਿਆ ਹੁੰਦਾ ਹੈ, ਇੱਕ ਤਾਂ ਆਪਾਂ ਉਹਦੀ ਟਾਸਕ ਰਿਸਪੌਂਸ ਸਹੀ ਕਰੀਏ, ਦੂਜਾ ਆਰਗੇਨਾਈਜੇਸ਼ਨ ਸਹੀ ਹੋਵੇ ਤੇ ਗ੍ਰਾਮਰ ਤੁਹਾਡੀ ਸਹੀ ਹੋਵੇ। ਹੁਣ ਇੰਟਰੋਡਕਸ਼ਨ ਦੇ ਵਿੱਚ ਮੈਂ ਤੁਹਾਨੂੰ ਐਸੇ ਐਕਸਪਲੇਨ ਕਰੂੰਗੀ ਕਿ ਆਪਾਂ ਇਸ ਨੂੰ ਕਿੱਦਾਂ ਲਿਖ ਸਕਦੇ ਹਾਂ ਕਿ ਪਹਿਲੇ ਵਿਊ ਦੇ ਲੋਕ ਇਹ ਕਿਉਂ ਕਹਿ ਰਹੇ ਆ ਤੇ ਦੂਜੇ ਕਿਉਂ ਕਹਿ ਰਹੇ ਆ। ਇੰਟਰੋਡਕਸ਼ਨ ਦੇ ਵਿੱਚ ਮੈਂ ਪਹਿਲਾਂ ਦੋ ਸੈਂਟੈਂਸ ਹੀ ਲਿਖੂੰਗੀ। ਪਹਿਲੇ ਦੇ ਵਿੱਚ ਮੈਂ ਫਰੇਜ਼ ਕਰੂੰਗੀ ਕਿ ਲੋਕ ਕੀ ਕਹਿ ਰਹੇ ਆ ਦੋਨੋਂ ਸਾਈਡ ਦੇ, ਤੇ ਦੂਸਰੀ ਲਾਈਨ, ਦੂਸਰਾ ਸੈਂਟੈਂਸ ਮੇਰਾ ਹੋਗਾ ਥੀਸਿਸ ਸੈਂਟੈਂਸ, ਜਿੰਦੇ ਵਿੱਚ ਮੈਂ ਕੁਐਸਚਨ ਐਕਸਪਲੇਨ ਕਰੂੰਗੀ ਜਿਹੜਾ ਉਹਨਾਂ ਨੇ ਪੁੱਛਿਆ ਵਾ, ਕਿਉਂਕਿ ਪਹਿਲੇ ਵਿੱਚ ਉਹਨਾਂ ਨੇ ਦੋਵਾਂ ਦੇ ਵਿਊ ਦੱਸਦੇ ਪਹਿਲੇ ਸੈਂਟੈਂਸ ਵਿੱਚ। ਦੂਜਾ ਮੇਰਾ ਕੁਐਸਚਨ ਜਿਹੜਾ ਮੇਰੇ ਤੋਂ ਪੁੱਛਿਆ ਗਿਆ ਉਹ ਇਹ ਹੈ, ਡਿਸਕਸ ਬੋਥ ਵਿਊ ਐਂਡ ਗਿਵ ਯੂਅਰ ਓਪੀਨੀਅਨ, ਕਿ ਆਪਣੇ ਵਿਊਜ਼ ਨੂੰ ਡਿਸਕਸ ਵੀ ਕਰੋ ਤੇ ਆਪਣੀ ਓਪੀਨੀਅਨ ਵੀ ਦੋ। ਹੁਣ ਇੰਟਰੋਡਕਸ਼ਨ ਤੇ ਆ ਜਾਂਦੇ ਆ। ਇੰਟਰੋਡਕਸ਼ਨ ਦੇਖੋ, ਮੈਂ ਦੋਨਾਂ ਵਿਊ ਨੂੰ ਵੈਦਰ ਤੇ ਔਰ ਲਾ ਕੇ ਫਾਰਮੂਲਾ, ਦੋਨਾਂ ਵਿਊਜ਼ ਜਿਹੜੇ ਪੀਪਲ ਦੋ ਕਹਿ ਰਹੇ ਸੀਗੇ ਕਿ ਇੱਕ ਕਹਿ ਰਹੇ ਸੀਗੇ ਕਿ ਹੋਰ ਮੈਥਡ ਅਪਣਾਏ ਜਾਣ, ਦੂਜੇ ਕਹਿ ਰਹੇ ਸੀਗੇ ਕਿ ਜੇਲ੍ਹ ਸਭ ਤੋਂ ਵਧੀਆ ਤਰੀਕਾ ਹੈ ਕਿ ਉਹਨਾਂ ਨੂੰ ਲੌਂਗ ਟਾਈਮ ਦੇ ਲਈ ਜੇਲ੍ਹ ਵਿੱਚ ਰੱਖਿਆ ਜਾਵੇ, ਤਾਂ ਦੋਨਾਂ ਨੂੰ ਡਿਸਕਸ ਕਰਾਂਗੇ, ਮਤਲਬ ਇਹਨਾਂ ਨੂੰ ਫਰੇਜ਼ ਕਰਾਂਗੇ। ਇੰਟਰੋਡਕਸ਼ਨ ਮੀਨਸ ਆਪਣੀ ਦੋ ਸੈਂਟੈਂਸ 30 ਤੋਂ 35 ਵਰਡਸ ਦੇ ਵਿੱਚ ਹੀ ਹੋਣੀ ਚਾਹੀਦੀ ਆ, ਜਿੰਦੇ ਚ ਜਿਹੜਾ ਆਪਣਾ ਪਹਿਲਾ ਸੈਂਟੈਂਸ ਹੋਊਗਾ ਉਹ ਹੋਊਗਾ ਕਿ ਪਹਿਲਾਂ ਆਪਣੇ ਸੈਂਟੈਂਸ ਦੇ ਵਿੱਚ ਫਰੇਜ਼ ਕਰ ਦਾਂਗੇ ਸਟੇਟਮੈਂਟ, ਤੇ ਦੂਸਰਾ ਜਿਹੜਾ ਆਪਾਂ ਨੂੰ ਕੁਐਸਚਨ ਪੁੱਛਿਆ ਗਿਆ ਹੋਊਗਾ ਡਿਸਕਸ ਬੋਥ ਵਿਊ ਜਾਂ ਫਿਰ ਮੈਰਿਟਸ ਡੀਮੈਰਿਟਸ ਜਾਂ ਫਿਰ ਟੂ ਵਟ ਐਕਸਟੈਂਟ ਐਗਰੀ ਡਿਸਐਗਰੀ,
जो भी होगा दूसरा अपना लाइन सेंटेंस होगा इंट्रोडक्शन दा इनदे बेस ते होगा जेड़ा ਆਪਾਂ इस चीज दा आंसर देना है। ओके इंट्रोडक्शन पढ़ते हैं। वैदर पीपल हैव डिफरेंट ओपीनियन, भावें लोकां दे वखरे वखरे राय आ टू डिक्लाइन द क्राइम। असल विच अपना मेन फोकस ਤਾਂ ਇਸੇ क्राइम ਨੂੰ ਘਟਾਉਣਾ। ਕੁਝ ਲੋਕ ਕਹਿੰਦੇ ਆ ਕਿ ਕ੍ਰਾਈਮ ਨੂੰ ਲੰਬੇ ਸਮੇਂ ਦੀ ਜੇਲ੍ਹ ਵਿੱਚ ਰੱਖ ਕੇ ਕ੍ਰਿਮੀਨਲਸ ਨੂੰ ਕ੍ਰਾਈਮ ਨੂੰ ਘਟਾਇਆ ਜਾਵੇ ਤੇ ਕੁਝ ਲੋਕ ਕਹਿੰਦੇ ਆ ਹੋਰ ਅਲਟਰਨੇਟਿਵ ਮੈਥਡ ਅਪਣਾਏ ਜਾਣ। मतलब कि अपना मेन मकसद की ਆਪਾਂ क्राइम ਨੂੰ ਘਟਾਉਣਾ। ਤਾਂ ਆਪਾਂ ਇਹੀ ਲਾਈਨ ਪਹਿਲੀ ਫਰੇਜ਼ ਕੀਤੀ ਵੈਦਰ ਵਾਲਾ ਫਾਰਮੂਲਾ ਲਗਾ ਕੇ ਵੈਦਰ ਪੀਪਲ ਹੈਵ ਡਿਫਰੈਂਟ ਓਪੀਨੀਅਨ ਟੂ ਡਿਕਲਾਈਨ ਦਾ ਕ੍ਰਾਈਮ, ਭਾਵੇਂ ਲੋਕਾਂ ਕੋਲ ਵੱਖਰੇ ਵੱਖਰੇ ਓਪੀਨੀਅਨ ਆ ਕਾਦੇ ਲਈ ਡਿਕਲਾਈਨ ਦਾ ਕ੍ਰਾਈਮ। ਇਨ ਮਾਈ ਪਰਸਪੈਕਟਿਵ, ਮੇਰੇ ਨਜ਼ਰੀਏ ਦੇ ਅਨੁਸਾਰ ਲੌਂਗ ਟਰਮ ਪੀਰੀਅਡ ਸੈਂਟੈਂਸ, ਲੌਂਗ ਟਰਮ ਪੀਰੀਅਡ ਸੈਂਟੈਂਸ ਲੰਬੇ ਸਮੇਂ ਦੇ ਲਈ ਜੇਲ੍ਹ ਵਿੱਚ ਬੰਦ ਕਰਨਾ could be effective ਹੋ ਸਕਦਾ to some extent, but it is not the only way to decrease this crime। ਹੁਣ ਮੈਂ ਪਹਿਲੇ ਜਿਹੜੇ ਕਹਿ ਰਹੇ ਸੀ ਕਿ ਦਾ ਓਨਲੀ ਵੇ ਸਿਰਫ ਇੱਕੋ ਹੀ ਤਰੀਕਾ ਹੈ ਕ੍ਰਾਈਮ ਨੂੰ ਘੱਟ ਕਰਨ ਦਾ ਕਿ ਲੋਕਾਂ ਨੂੰ ਕ੍ਰਿਮੀਨਲਸ ਨੂੰ ਜਿਹੜੇ ਅਫੈਂਡਰਸ ਹੁੰਦੇ ਆ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ। ਉਹ ਲਾਈਨ ਨੂੰ ਮੈਂ ਇੱਥੇ ਚੰਗੀ ਤਰ੍ਹਾਂ ਐਕਸਪਲੇਨ ਕਰਤਾ ਹੈ ਕਿ ਭਾਵੇਂ ਲੋਕਾਂ ਦੀ ਡਿਫਰੈਂਟ ਓਪੀਨੀਅਨ ਹੈ ਕ੍ਰਾਈਮ ਨੂੰ ਲੈ ਕੇ, ਪਰ ਮੇਰੇ ਨਜ਼ਰੀਏ ਦੇ ਅਨੁਸਾਰ ਇਨ ਮਾਈ ਪਰਸਪੈਕਟਿਵ ਮੇਰੇ ਨਜ਼ਰੀਏ ਦੇ ਅਨੁਸਾਰ ਲੌਂਗ ਟਰਮ ਪੀਰੀਅਡ ਜਿਹੜੇ ਲੌਂਗ ਟਰਮ ਪੀਰੀਅਡ ਸੈਂਟੈਂਸ ਮਤਲਬ ਲੰਮੇ ਸਮੇਂ ਦੇ ਲਈ ਜੇਲ੍ਹ ਵਿੱਚ ਰੱਖਣਾ could be effective to some extent, ਕੁਝ ਹੱਦ ਤੱਕ ਇਹ ਇਫੈਕਟਿਵ ਹੋ ਸਕਦਾ ਹੈ, but it is not the only way to decrease the crime। ਇਹ ਸਿਰਫ ਇੱਕੋ ਹੀ ਆਪਣਾ ਸੋਲੂਸ਼ਨ ਨਹੀਂਗਾ ਕਿ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ਤੇ ਕ੍ਰਾਈਮ ਘਟ ਜਾਊਗਾ, because government can use another methods। ਜਿਹੜੀ ਗਵਰਨਮੈਂਟ ਆ ਉਹ ਹੋਰ ਵੀ ਮੈਥਡ ਯੂਜ਼ ਕਰ ਸਕਦੀ ਆ ਕ੍ਰਾਈਮ ਨੂੰ ਡਿਕਰੀਜ਼ ਕਰਨ ਵਿੱਚ। ਠੀਕ ਹੈ ਜੀ, मतलब इत्थे मैं पूरा हुण मेरे इंट्रोडक्शन ਨੂੰ ਪੜ੍ਹ ਕੇ एग्जामिनर ਨੂੰ जज हो रहा है कि मैं पहली लाइन ਵਿੱਚ ਉਹਨਾਂ ਨੂੰ एक्सप्लेन कर ਦਿੱਤਾ कि ਇਹ ਕੱਲਾ ਤਰੀਕਾ ਨਹੀਂਗਾ ਕ੍ਰਿਮੀਨਲਸ ਨੂੰ ਸਹੀ ਕਰਨ ਦਾ ਜਾਂ ਫਿਰ ਕ੍ਰਾਈਮ ਨੂੰ ਘਟਾਉਣ ਦਾ, ਹੋਰ ਵੀ ਤਰੀਕੇ ਹੈ। ਹੋਰ ਵੀ ਤਰੀਕਾ ਮੈਂ कहता कि because government can use another method to combat this issue। combat मतलब इस issue ਨੂੰ solve ਕਰਨ ਦੇ ਲਈ ਹੋਰ ਵੀ ਤਰੀਕੇ ਹੈ। ਤੇ ਉੱਪਰਲੀ ਲਾਈਨ ਨੂੰ ਮੈਂ ਇਦਾਂ ਕਰਕੇ ਐਕਸਪਲੇਨ ਕਰਤਾ ਕਿ ਭਾਵੇਂ ਲੋਕਾਂ ਕੋਲ ਵੱਖਰੀਆਂ ਵੱਖਰੀਆਂ ਓਪੀਨੀਅਨਸ ਹੈਗੀਆਂ ਏ ਕ੍ਰਾਈਮ ਨੂੰ ਡਿਕਲਾਈਨ ਕਰਨ ਲਈ, ਕ੍ਰਾਈਮ ਨੂੰ ਰਿਡਿਊਸ ਕਰਨ ਲਈ, ਪਰ ਮੇਰੇ ਨਜ਼ਰੀਏ ਦੇ ਅਨੁਸਾਰ ਇਹ ਇਫੈਕਟਿਵ ਦਾ ਤਰੀਕਾ ਹੋ ਸਕਦਾ ਹੈ ਲੌਂਗ ਟਰਮ ਸੈਂਟੈਂਸ ਟੂ ਸਮ ਐਕਸਟੈਂਟ, ਕੁਝ ਹੱਦ ਤੱਕ ਇਹ ਹੋ ਸਕਦਾ ਹੈ ਕਿਉਂਕਿ ਇਹ ਕੱਲਾ ਤਰੀਕਾ ਨਹੀਂ ਹੈ ਕ੍ਰਾਈਮ ਨੂੰ ਘੱਟ ਕਰਨ ਦਾ। ਕ੍ਰਾਈਮ ਨੂੰ ਘੱਟ ਕਰਨ ਦੇ ਹੋਰ ਵੀ ਤਰੀਕੇ ਹੈਗੇ ਆ। ਹੁਣ ਮੇਰੀ इंट्रोडक्शन ਨੂੰ ਪੜ੍ਹ ਕੇ एग्जामिनर ਨੂੰ ਕਲੀਅਰ ਹੋ ਰਿਹਾ ਹੈ ਕਿ ਮੈਂ ਅੱਗੇ ਬੀਪੀਸ ਵਿੱਚ ਕੀ ਲਿਖੂੰਗੀ। ਬੀਪੀਸ ਵਿੱਚ ਉਹਨੂੰ ਇਹ ਪਤਾ ਲੱਗ ਗਿਆ ਕਿ ਮੈਂ ਇਹ ਵੀ ਦੱਸੂੰਗੀ ਕਿ ਅਦਰ ਮੈਥਡਸ ਕਿਹੜੇ ਹੈਗੇ ਆ ਤੇ ਇਹ ਵੀ ਦੱਸੂੰਗੀ ਕਿ ਇਹ ਕੱਲਾ ਮੈਥਡ ਕਿਉਂ ਨਹੀਂਗਾ, ਹੋਰ ਵੀ ਮੈਥਡ ਕਿਉਂ ਹੈਗੇ ਆ ਤੇ ਇਹ ਕੱਲਾ ਕੁਝ ਹੱਦ ਤੱਕ ਕਿਉਂ ਇਫੈਕਟਿਵ ਆ। ਹਾਂਜੀ BP1 ਦੀ ਸ਼ੁਰੂਆਤ ਕਰਦੇ ਆ। ਦੇਖੋ BP1 ਮੈਂ ਸ਼ੁਰੂ ਕੀਤਾ ਕਮੈਂਸਿੰਗ ਵਿਦ ਫੰਡਾਮੈਂਟਲ ਰੀਜ਼ਨ, कोई कनेक्टर नहीं यूज किया, कुछ नहीं, कमेंसिंग विद फंडामेंटल रीजन। शुरुआत करते हैं फंडामेंटल रीजन दे नाल बड़े बेसिक जे कारण करके। वाई सम पीपल, क्यों कुछ लोग कहते हैं सेंटेंसेस फॉर द लॉन्ग टाइम इज सॉइली। सॉइली मीन्स ओनली, क्योंकि कुछ लोगों ने अपन यही किया सी ना स्टेटमेंट दे विच कि सर्टेन पीपल बिलीव करते हैं कि ओनली मैथड आ क्राइम नू रिड्यूस करन दा कि ਕ੍ਰਿਮੀਨਲਸ ਨੂੰ ਲੌਂਗ ਟਾਈਮ ਦੇ ਲਈ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਵੇ। ਤਾਂ ਹੁਣ BP1 ਦੀ ਸ਼ੁਰੂਆਤ ਪਹਿਲਾ ਸੈਂਟੈਂਸ ਟੌਪਿਕ ਪੜ੍ਹ ਕੇ ਮੇਰਾ ਪਹਿਲੇ ਸੈਂਟੈਂਸ ਨੂੰ ਪੜ੍ਹ ਕੇ ਲੱਗ ਰਿਹਾ ਹੈ ਐਗਜ਼ਾਮੀਨਰ ਨੂੰ ਕਿ ਇਹਦੇ ਵਿੱਚ ਮੈਂ ਇੱਕ ਰੀਜ਼ਨ ਦੱਸਣਾ ਹੈ, ਕਾਰਨ ਕਿਉਂ ਲੋਕ ਇਹ ਕਹਿੰਦੇ ਆ ਕਿ ਜਿਹੜੀ ਸੈਂਟੈਂਸਿੰਗ ਆ ਲੌਂਗ ਟਾਈਮ ਪੀਰੀਅਡ ਲਈ ਇਜ਼ ਸੋਇਲੀ। ਸੋਇਲੀ ਮੀਨਸ ਓਨਲੀ, ਕਿਉਂ ਕੱਲਾ ਇਹੀ ਕਾਰਨ ਆ। ਓਨਲੀ ਪਾਥ ਟੂ ਕਰਬ ਦਾ ਕ੍ਰਾਈਮ, ਕ੍ਰਾਈਮ ਨੂੰ ਘੱਟ ਕਰਨ ਦੇ ਲਈ ਕੁਝ ਲੋਕ ਇਹ ਕਿਉਂ ਸੋਚਦੇ ਆ ਕਿ ਕੱਲਾ ਇਹੀ ਕਾਰਨ ਹੈ ਕਿ ਉਹਨਾਂ ਨੂੰ ਸੈਂਟੈਂਸਿੰਗ ਲੌਂਗ ਟਾਈਮ ਦੇ ਲਈ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਵੇ। ਹੁਣ ਪਹਿਲੇ ਸੈਂਟੈਂਸ ਨੂੰ ਪੜ੍ਹ ਕੇ ਟੌਪਿਕ ਲਾਈਨ ਨੂੰ ਪੜ੍ਹ ਕੇ ਮੇਰਾ ਲੱਗ ਰਿਹਾ ਹੈ ਕਿ ਇਸ BP ਵਿੱਚ ਮੈਂ ਗੱਲ ਕਰਨੀ ਆ ਕਿ ਕਿਉਂ ਕੁਝ ਲੋਕ ਇਹ ਸੋਚਦੇ ਆ ਕਿ ਕੱਲਾ ਕਾਰਨ ਆ। ਹਾਂਜੀ ਪਹਿਲੇ ਰੀਜ਼ਨ ਤੇ ਆ ਜਾਂਦੇ ਆ। ਦ ਫੋਰਮੋਸਟ ਇਜ਼, ਪਹਿਲਾ ਰੀਜ਼ਨ ਇਹ ਆ ਸਚ ਟਾਈਪ ਆਫ ਪਨਿਸ਼ਮੈਂਟ। ਇਹ ਪ੍ਰਕਾਰ ਦੀਆਂ ਜਿਹੜੀਆਂ ਸਜ਼ਾਵਾਂ, ਕਿਹੜੀਆਂ ਸਜ਼ਾਵਾਂ, ਸੈਂਟੈਂਸਿਸ
for a long time period। ठीक है जी, ਇਹ ਪ੍ਰਕਾਰ ਦੀਆਂ ਜਿਹੜੀਆਂ ਸਜ਼ਾਵਾਂ ਵਾ can inculcate the fear in the mind of offenders। ਪਹਿਲੀ ਲਾਈਨ ਦੇ ਵਿੱਚ ਸੈਂਟੈਂਸ ਨੂੰ ਪੜ੍ਹ ਕੇ ਮੇਰੇ ਬੀਪੀ ਨੂੰ ਪੜ੍ਹ ਕੇ ਐਗਜ਼ਾਮੀਨਰ ਨੂੰ ਪਤਾ ਲੱਗਾ ਕਿ ਇਹਦੇ ਵਿੱਚ ਮੈਂ ਉਹ ਵਾਲਾ ਵਿਊ ਡਿਸਕਸ ਕਰਨਾ ਹੈ ਜਿਹੜੇ ਲੋਕ ਕਹਿ ਰਹੇ ਸੀ ਸੋਇਲੀ ਪਾਥ, ਕੱਲਾ ਇਹੀ ਰਸਤਾ ਵਾ ਕ੍ਰਾਈਮ ਨੂੰ ਘੱਟ ਕਰਨ ਦਾ ਕਿ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਕ੍ਰਿਮੀਨਲਸ ਨੂੰ ਬੰਦ ਕੀਤਾ ਜਾਵੇ ਲੰਮੇ ਸਮੇਂ ਦੇ ਲਈ। ਠੀਕ ਹੈ ਜੀ, ਤੇ ਫਿਰ ਮੈਂ ਹੁਣ ਅਗਲੀ ਲਾਈਨ ਵਿੱਚ ਦੱਸਿਆ ਕਿ ਜੇ ਲੰਮੇ ਸਮੇਂ ਵਾਲੀ ਜੇਲ੍ਹਾਂ ਦੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੱਚ ਟਾਈਪ ਆਫ ਪਨਿਸ਼ਮੈਂਟਸ ਕੈਨ ਕਿ ਜੇ ਇਹ ਤਾਂ ਪ੍ਰਕਾਰ ਦੀਆਂ ਪਨਿਸ਼ਮੈਂਟਸ ਦਿੱਤੀਆਂ ਜਾਂਦੀਆਂ ਕੈਨ ਇਨਕਲਕੇਟ ਦਾ ਫੀਅਰ ਇਨ ਦਾ ਮਾਈਂਡ ਆਫ ਅਫੈਂਡਰਸ ਕਿ ਕ੍ਰਿਮੀਨਲਸ ਅਪਰਾਧੀਆਂ ਦੇ ਮਨ ਦੇ ਵਿੱਚ ਇਹ ਚੀਜ਼ ਜਿਹੜੀ ਡਰ ਪੈਦਾ ਕਰ ਦੂਗੀ। ਇਨਕਲਕੇਟ ਮੀਨਸ ਕਿ ਡਰ ਭਰ ਦੇਵੇਗੀ। ਠੀਕ ਹੈ ਜੀ, ਇਹਨੂੰ ਇਨਸਟਿਲ ਵੀ ਯੂਜ਼ ਕਰ ਸਕਦੇ ਆ। ਬਹੁਤ ਸਿੰਪਲ ਵਕੈਬ ਯੂਜ਼ ਕੀਤੀ ਆ ਤੇ ਬਹੁਤ ਆਰਗੇਨਾਈਜ਼ਡ ਵਧੀਆ ਕੀਤਾ ਹੋਇਆ। ਤੁਸੀਂ ਦੇਖੋਗੇ ਕਿ ਮੇਰੇ ਬੀਪੀਜ਼ ਦੀ ਲੈਂਥ ਇੰਨੀ ਕਾ ਜਸਟ, ਬਟ ਇਹਦੇ ਵਿੱਚ ਮੈਂ ਸਾਰੀ ਗੱਲ ਕਨਵੇ ਕੀਤੀ ਆ। ਰਾਈਟਿੰਗ ਤੇ ਸਪੀਕਿੰਗ ਵਿੱਚ ਜਿੰਨਾ ਤੁਸੀਂ ਰਾਈਟਰ ਐਗਜ਼ਾਮੀਨਰ ਨੂੰ ਜਿੰਨਾ ਵਧੀਆ ਤੁਸੀਂ ਸਮਝਾ ਗਏ ਉਹਨੇ ਬੈਂਡ ਤੁਹਾਡੇ ਆ। ਦੇਖੋ ਹੁਣ ਪਹਿਲੇ ਸੈਂਟੈਂਸ ਤੋਂ ਮੈਂ ਦੱਸਤਾ ਕਿ ਮੈਂ ਆ ਗੱਲ ਕਰਨੀ ਆ, ਦੂਜੀ ਲਾਈਨ ਵਿੱਚ ਮੈਂ ਦੱਸਤਾ ਕਿਉਂਕਿ ਜੇ ਇਹੋ ਜਿਹੀਆਂ ਪਨਿਸ਼ਮੈਂਟਸ ਦਿੱਤੀਆਂ ਜਾਣਗੀਆਂ ਤੇ ਆਫੈਂਡਰਸ ਦੇ ਮਨ ਵਿੱਚ ਡਰ ਪੈਦਾ ਕਰ ਦੇਣਗੀਆਂ। ਠੀਕ ਹੈ, ਅਪਰਾਧੀਆਂ ਨੂੰ ਡਰ ਮਹਿਸੂਸ ਹੋਣ ਲੱਗ ਜਾਊਗਾ। ਬਾਏ ਵਿੱਚ ਲੋ ਬ੍ਰੇਕਰਸ, ਜਦੋਂ ਉਹਨਾਂ ਨੂੰ ਡਰ ਹੋਊਗਾ ਕਿ ਜੇ ਉਹ ਕ੍ਰਾਈਮ ਕਰਨਗੇ ਤਾਂ ਲੰਮੀਆਂ ਸਮੇਂ ਵਾਲੀ ਜੇਲ੍ਹਾਂ ਵਿੱਚ ਉਹਨਾਂ ਨੂੰ ਰਹਿਣਾ ਪਵੇਗਾ ਹਨਾ। ਬਾਏ ਵਿੱਚ ਇਹਦੇ ਦੁਆਰਾ ਲੋ ਬ੍ਰੇਕਰਸ, ਹੁਣ ਦੇਖੋ ਇੱਕ ਵਾਰੀ ਮੈਂ ਕ੍ਰਿਮੀਨਲਸ ਯੂਜ਼ ਕੀਤਾ, ਦੂਸਰੀ ਵਾਰੀ ਮੈਂ ਆਫੈਂਡਰਸ ਯੂਜ਼ ਕਰ ਲਿਆ। ਠੀਕ ਹੈ ਜੀ, ਤੀਸਰੀ ਵਾਰੀ ਮੈਂ ਯੂਜ਼ ਕਰ ਲਿਆ law breakers। ठीक है, by which law breakers may think before wrong doing, especially those type of criminals who commit heinous crime। फिर वापस आ जाने चंगी तरह समझण दे लई ਉਹ ਕਹਿੰਦੇ ਜੇ ਇਹੋ ਜਿਹੀਆਂ ਪਨਿਸ਼ਮੈਂਟ ਦਿੱਤੀਆਂ ਜਾਣਗੀਆਂ ਕਿ ਲੰਮੇ ਸਮੇਂ ਲਈ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਵੇਗਾ, ਪਹਿਲੀ ਗੱਲ ਤਾਂ ਇਹ ਆਫੈਂਡਰਸ ਦੇ ਮਨ ਵਿੱਚ ਡਰ ਪੈਦਾ ਕਰ ਦੇਣਗੀਆਂ। ਤੇ ਜੇ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਕਿ ਜੇ ਅਸੀਂ ਕ੍ਰਾਈਮ ਕੀਤਾ ਤਾਂ ਸਾਨੂੰ ਲੰਮੇ ਸਮੇਂ ਲਈ ਜੇਲ੍ਹਾਂ ਵਿੱਚ ਜਾਣਾ ਪਵੇਗਾ, ਇਹਦੇ ਨਾਲ ਕੀ ਹੋਊਗਾ, ਜਿਹੜੇ ਲਾਅ ਬ੍ਰੇਕਰਸ ਆ ਨਾ, ਲਾਅ ਬ੍ਰੇਕਰਸ ਮਤਲਬ ਕ੍ਰਿਮੀਨਲਸ ਆ, ਸਿਨੋਨਿਮ ਯੂਜ਼ ਕੀਤਾ। ਲਾਅ ਬ੍ਰੇਕਰਸ ਮੇ ਥਿੰਕ, ਉਹ ਸੋਚਣਗੇ ਬਿਫੋਰ ਰੋਂਗ ਡੂਇੰਗ, ਕੁਝ ਵੀ ਗਲਤ ਕਰਨ ਤੋਂ ਪਹਿਲਾਂ ਉਹ ਸੋਚਣਗੇ। ਸਪੈਸ਼ਲੀ ਦੋਜ਼ ਟਾਈਪ ਆਫ ਕ੍ਰਿਮੀਨਲ, ਸਪੈਸ਼ਲੀ ਜਿਹੜੇ ਉਹ ਕਿਸਮ ਦੇ ਕ੍ਰਿਮੀਨਲ ਹੂ ਕਮਿਟ ਹੀਨੀਅਸ ਕ੍ਰਾਈਮ। ਹੀਨੀਅਸ ਕ੍ਰਾਈਮ ਮੀਨਸ ਘਿਨੌਣੇ ਜੁਰਮ। ਜਿਹੜੇ ਕ੍ਰਿਮੀਨਲਸ ਘਿਨੌਣੇ ਜੁਰਮ ਕਰਦੇ ਆ, ਉਹ ਜਦੋਂ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋ ਜਾਏਗਾ ਤਾਂ ਉਹ ਜਿਹੜੇ ਕੀ ਆ ਕ੍ਰਾਈਮ ਕਰਨ ਤੋਂ ਪਹਿਲਾਂ ਸੋਚਣਗੇ। ਸੱਚ ਐਸ ਸਟਰਨ ਕਿਲਿੰਗ ਹੁੰਦਾ ਮਤਲਬ ਮਰਡਰ ਐਂਡ ਰੇਪ। ਹੀਨੀਅਸ ਕ੍ਰਾਈਮ, ਮੈਂ ਜਦੋਂ ਵੀ ਐਗਜ਼ਾਮੀਨਰ ਨੂੰ ਕੋਈ ਵੀ ਨਵਾਂ ਵਰਡਸ ਪਾ ਰਹੀ ਆ ਤਾਂ ਮੈਂ ਉਹਦੀ ਐਕਸਪਲੇਨ ਜ਼ਰੂਰ ਕਰਨਾ ਹੈ। ਐਗਜ਼ਾਮੀਨਰ ਨੂੰ ਆਪਾਂ ਇੱਕ ਬੱਚੇ ਦੀ ਤਰ੍ਹਾਂ ਟ੍ਰੀਟ ਕਰਨਾ, ਉਹਨੂੰ ਹਰ ਗੱਲ ਦਾ ਹਰ ਮਤਲਬ ਸਮਝਾਉਣਾ ਹੈ ਕਿ ਅਸੀਂ ਅਸਲ ਵਿੱਚ ਕਹਿਣਾ ਕੀ ਚਾਹੁੰਦੇ ਆ। ਜਦੋਂ ਮੈਂ ਹੁਣ ਹੀਨੀਅਸ ਕ੍ਰਾਈਮ ਯੂਜ਼ ਕੀਤਾ, ਨਾਲ ਹੀ ਮੈਂ ਉਹਨੂੰ ਐਕਸਪਲੇਨ ਕਰਤਾ ਜਿਵੇਂ ਕਿ ਮਰਡਰ ਤੇ ਰੇਪ ਵਗੈਰਾ ਹੋ ਗਏ। ਜੇ ਇਹੋ ਜਿਹੇ ਕ੍ਰਿਮੀਨਲਸ ਕ੍ਰਾਈਮ ਕਰਦੇ ਆ ਤਾਂ ਉਹਨਾਂ ਨੂੰ ਸੈਂਟੈਂਸ ਜਿਹੜੀ ਲੌਂਗ ਟਰਮ ਦੇ ਲਈ ਦੇਣੀ ਚਾਹੀਦੀ ਹੈ ਪਨਿਸ਼ਮੈਂਟ, ਕਿਉਂਕਿ ਇਹਨਾਂ ਦੇ ਜੇ ਇਹੋ ਜਿਹੀਆਂ ਪਨਿਸ਼ਮੈਂਟ ਦਿੱਤੀਆਂ ਜਾਣਗੀਆਂ ਤਾਂ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋ ਜਾਊਗਾ। ਤੇ ਜੇ ਉਹਨਾਂ ਦੇ ਮਨ 'ਚ ਡਰ ਪੈਦਾ ਹੋਊਗਾ ਤੇ ਇਹਦੇ ਨਾਲ ਕੀ ਹੋਊਗਾ, ਉਹ ਕੁਝ ਵੀ ਗਲਤ ਕਰਨ ਤੋਂ ਪਹਿਲਾਂ ਸੋਚਣਗੇ। ਠੀਕ ਹੈ ਜੀ, ਟੂ ਐਡ ਇਟ, ਹੋਰ ਮੈਂ ਇਹਦੇ ਵਿੱਚ ਜੇ ਐਡ ਕਰਾਂ ਤਾਂ ਇਫ ਸੀਰੀਅਸ ਕ੍ਰਿਮੀਨਲਸ ਆਰ ਰਿਲੀਜ਼ਡ, ਉਹ ਕਹਿੰਦੇ ਜੇ ਸੀਰੀਅਸ ਕ੍ਰਿਮੀਨਲਸ ਨੂੰ ਰਿਲੀਜ਼ਡ ਕੀਤਾ ਜਾਂਦਾ ਹੈ ਫਰੋਮ ਦਾ ਪ੍ਰਿਜ਼ਨ ਆਫਟਰ ਸ਼ਾਰਟ ਪੀਰੀਅਡਸ। ਸ਼ਾਰਟ ਪੀਰੀਅਡਸ ਦੀ ਮਤਲਬ ਜੇ ਮੰਨ ਲਓ ਕਿ ਕਿਸੇ ਨੇ ਰੇਪ ਜਾਂ ਮਰਡਰ ਕੀਤਾ ਬਟ ਉਹਨੂੰ ਜੇ ਆਪਾਂ ਬਹੁਤ ਸ਼ਾਰਟ ਪੀਰੀਅਡਸ ਦੀ 3 ਮਹੀਨੇ 6 ਮਹੀਨੇ ਦੀ ਜੇਲ੍ਹ ਤੋਂ ਬਾਅਦ ਪਨਿਸ਼ਮੈਂਟ ਦੇਣ ਤੋਂ ਬਾਅਦ ਰਿਲੀਜ਼ ਕਰ ਦਈਏ, then they may not only reoffense, ਨਾ ਤਾਂ ਉਹ ਦੁਬਾਰਾ ਕ੍ਰਾਈਮ ਕਰਨਾ ਸ਼ੁਰੂ ਕਰ ਦੇਣਗੇ, ਬਟ ਆਲਸੋ ਪ੍ਰਵੋਕ ਹੁੰਦਾ ਭੜਕਾਉਣਾ, ਆਲਸੋ ਪ੍ਰਵੋਕ ਦਾ ਅਦਰ ਸੋਸਾਇਟੀ ਮੈਂਬਰ, ਤੇ ਸੋਸਾਇਟੀ ਦੇ ਦੂਜੇ ਮੈਂਬਰਾਂ ਨੂੰ ਵੀ ਪ੍ਰਵੋਕ ਕਰਨਗੇ, ਭੜਕਾਉਣਗੇ, ਵਿਚ ਇਜ਼ ਨਾਟ ਇਨ ਦਾ ਫੇਵਰ ਆਫ ਕਮਿਊਨਿਟੀ, ਜਿਹੜਾ ਕਿ ਸੋਸਾਇਟੀ ਦੇ ਫੇਵਰ ਵਿੱਚ ਨਹੀਂ ਹੈਗਾ। ਤਾਂ ਫਿਰ ਇੱਕ ਵਾਰੀ ਮੈਂ ਤੁਹਾਨੂੰ ਬੀਪੀ ਸਮਝਾਨੀ ਆ। ਪਹਿਲੇ ਸੈਂਟੈਂਸ ਤੋਂ ਮੇਰੇ ਬੀਪੀ ਦੇ ਇਹ ਪਤਾ ਲੱਗਾ ਕਿ ਮਤਲਬ ਕਿ ਮੈਂ ਇਸ ਬੀਪੀ ਦੇ ਵਿੱਚ ਗੱਲ ਕਰਨ ਜਾ ਰਹੀ ਹਾਂ
ਉਹਨਾਂ ਲੋਕਾਂ ਦੀ ਜਿਹੜੇ ਕਹਿੰਦੇ ਕਿ ਸੋਇਲੀ ਪਾਥ ਇਹੀ ਇਕੱਲਾ ਰਸਤਾ ਹੈਗਾ ਵਾ ਕ੍ਰਾਈਮ ਨੂੰ ਘੱਟ ਕਰਨ ਦਾ ਕਿ ਉਹਨਾਂ ਨੂੰ ਲੰਮੇ ਸਮੇਂ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ। ਫਿਰ ਅਗਲੀ ਲਾਈਨ ਵਿੱਚ ਮੈਂ ਦੱਸਿਆ ਕਿ ਜੇ ਇਹੋ ਜਿਹੀਆਂ ਪਨਿਸ਼ਮੈਂਟਸ ਦਿੱਤੀਆਂ ਜਾਣਗੀਆਂ ਤਾਂ ਕ੍ਰਿਮੀਨਲਸ ਦੇ ਆਫੈਂਡਰਸ ਦੇ ਮਨ ਵਿੱਚ ਡਰ ਪੈਦਾ ਹੋ ਜਾਏਗਾ ਤੇ ਜੇ ਉਹ ਡਰ ਪੈਦਾ ਹੋ ਜਾਊਗਾ ਉਹਨਾਂ ਦੇ ਮਨ ਵਿੱਚ ਹਰ ਲਾਈਨ ਵਿੱਚ ਦੇਖੋ ਮੇਰੀ ਕਨੈਕਟੀਵਿਟੀ ਆ ਜੇ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋ ਜਾਏਗਾ ਤਾਂ ਉਹ ਕੋਈ ਵੀ ਕ੍ਰਾਈਮ ਨੂੰ ਕਰਨ ਤੋਂ ਪਹਿਲਾਂ ਸੋਚਣਗੇ ਸਪੈਸ਼ਲੀ ਉਹ ਕ੍ਰਿਮੀਨਲ ਜਿਹੜੇ ਕਿ ਹੀਨੀਅਸ ਮੀਨਸ ਘਿਨੌਣੇ ਜੁਰਮ ਕਰਦੇ ਆ ਜਿਵੇਂ ਕਿ ਮਰਡਰ ਹੋ ਗਿਆ ਜਾਂ ਫਿਰ ਰੇਪ ਹੋ ਗਿਆ ਇਹੋ ਜਿਹੇ ਕ੍ਰਾਈਮ ਕਰਨ ਵਾਲੇ ਜੇ ਉਹਨਾਂ ਨੂੰ ਲੰਮੇ ਸਮੇਂ ਲਈ ਜੇਲ੍ਹ ਵਾਲੀ ਪਨਿਸ਼ਮੈਂਟ ਦਿੱਤੀ ਜਾਵੇ ਤਾਂ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋ ਜਾਏਗਾ ਜਿੰਦੇ ਨਾਲ ਉਹ ਇਹੋ ਜਿਹੇ ਕ੍ਰਾਈਮ ਕਰਨ ਤੋਂ ਪਹਿਲਾਂ ਸੋਚਣਗੇ ਟੂ ਐਡ ਇਟ ਜੇ ਮੈਂ ਇਹੀ ਗੱਲ ਵਿੱਚ ਹੋਰ ਐਡ ਕਰਾਂ ਤਾਂ ਮੈਂ ਗੱਲ ਕਰਨੀ ਹੈ ਜਾਂ ਫਿਰ ਇਨ ਅਦਰ ਵਰਡਸ ਜੇ ਹੋਰ ਮੈਂ ਦੂਜੇ ਸ਼ਬਦਾਂ 'ਚ ਗੱਲ ਕਰਾਂ ਜੇ ਸੀਰੀਅਸ ਕ੍ਰਾਈਮਸ ਨੂੰ ਰਿਲੀਜ਼ ਛੱਡ ਦਿੱਤਾ ਜਾਵੇ ਜੇਲ੍ਹ ਦੇ ਵਿੱਚੋਂ ਸ਼ਾਰਟ ਟਾਈਮ ਪੀਰੀਅਡਸ ਦੇ ਵਿੱਚ ਉਹਨਾਂ ਨੂੰ ਜੇ ਛੱਡ ਦਿੱਤਾ ਜਾਵੇ ਜੇਲ੍ਹ ਦੇ ਵਿੱਚੋਂ then they may not only reoffense ਨਾ ਤਾਂ ਉਹ ਦੁਬਾਰਾ ਜੁਰਮ ਕਰਨਾ ਸ਼ੁਰੂ ਕਰ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਕੋਈ ਵੀ ਹੀਨੀਅਸ ਕ੍ਰਾਈਮ ਘਿਨੌਣਾ ਜੁਰਮ ਕਰਦੇ ਆ ਕਿ 3 ਮਹੀਨੇ ਦੀ ਸਜ਼ਾ ਤੋਂ ਬਾਅਦ ਤਾਂ ਉਹਨਾਂ ਨੂੰ ਛੱਡ ਦੇਣਾ ਜੇ ਉਹਨਾਂ ਨੂੰ ਏਦਾਂ ਹੋਣ ਲੱਗ ਗਿਆ ਸ਼ਾਰਟ ਪੀਰੀਅਡਸ ਤੋਂ ਬਾਅਦ ਛੱਡਣ ਲੱਗ ਗਏ ਤਾਂ ਉਹ ਕਹਿੰਦੇ ਨਾ ਤਾਂ ਉਹ ਦੁਬਾਰਾ ਕ੍ਰਾਈਮ ਕਰਨਾ ਸ਼ੁਰੂ ਕਰ ਦੇਣਗੇ ਨਾਲ ਹੀ ਕਹਿੰਦੇ ਉਹ ਸੁਸਾਇਟੀ ਦੇ ਦੂਜੇ ਮੈਂਬਰਾਂ ਸਪੈਸ਼ਲੀ ਜਿਹੜੇ ਯੰਗਸਟਰਸ ਹੁੰਦੇ ਆ ਜਿਹੜੇ ਜਲਦੀ ਇਨਫਲੂਐਂਸ ਹੋ ਜਾਂਦੇ ਆ ਉਹਨਾਂ ਨੂੰ ਪ੍ਰਵੋਕ ਕਰਨਾ ਮੀਨਸ ਭੜਕਾਉਣਾ ਵੀ ਸ਼ੁਰੂ ਕਰ ਦੇਣਗੇ ਜਦੋਂ ਦੇਖੋ ਕੋਈ ਵੀ ਕ੍ਰਿਮੀਨਲ ਨੂੰ ਪਤਾ ਹੈ ਵੀ ਜੇ ਉਹਨੇ ਕ੍ਰਾਈਮ ਕੀਤਾ ਤਾਂ ਉਹਨੂੰ 3 ਜਾਂ 6 ਮਹੀਨਿਆਂ ਬਾਅਦ ਸਜ਼ਾ ਮਿਲ ਜਾਣੀ ਹੈ ਤੇ 3-6 ਮਹੀਨਿਆਂ ਬਾਅਦ ਉਹਨੇ ਛੁੱਟ ਜਾਣਾ ਜਦੋਂ ਉਹਨੂੰ ਇੰਨਾ ਪਤਾ ਹੈ ਤਾਂ ਫਿਰ ਉਹ ਸੋਚੂਗਾ ਨਹੀਂ ਕ੍ਰਾਈਮ ਕਰਨ ਲਈ ਦੁਬਾਰਾ ਕ੍ਰਾਈਮ ਕਰਦਾ ਜਾਊਗਾ ਤੇ ਨਾਲ ਹੀ ਜਦੋਂ ਦੁਬਾਰਾ ਕ੍ਰਾਈਮ ਕਰੂਗਾ ਇਹਦਾ ਜਿਹੜਾ ਇਨਫਲੂਐਂਸ ਆ ਇਹਦਾ ਜਿਹੜਾ ਇਫੈਕਟ ਆ ਸੁਸਾਇਟੀ ਦੇ ਦੂਜੇ ਮੈਂਬਰਸ ਤੇ ਪੈਣਾ ਸ਼ੁਰੂ ਹੋ ਜਾਊਗਾ ਠੀਕ ਹੈ ਜੀ ਜਿਹੜਾ ਕਿ ਸੁਸਾਇਟੀ ਦੇ ਲਈ ਫੇਵਰ ਦੇ ਵਿੱਚ ਨਹੀਂ ਗਾ ਹੁਣ ਇਹ ਬੀਬੀ ਦੇ ਵਿੱਚ ਮੈਂ ਡਿਸਕਸ ਕੀਤਾ ਕਿ ਜਿਹੜੇ ਕਹਿ ਰਹੇ ਕਿ ਕੱਲਾ ਕਾਰਨ ਇਹੀ ਆ ਤੇ ਮੈਂ ਦੱਸਿਆ ਕਿ ਜੇ ਆਪਾਂ ਸੋਚੀਏ ਕਿ ਕੱਲਾ ਕਾਰਨ ਇਹੀ ਆ ਤਾਂ ਇਹ ਹੋ ਸਕਦਾ ਹੈ ਕਿ ਜਦੋਂ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਲੌਂਗ ਟਰਮ ਦੇ ਲਈ ਕਿਉਂਕਿ ਪਹਿਲਾਂ ਓਨਲੀ ਪਾਥ ਨੂੰ ਵੀ ਆਪਾਂ ਡਿਸਕਸ ਕਰਾਂਗੇ ਕਿਉਂ ਕਹਿ ਰਹੀ ਆ ਕਿਉਂਕਿ ਜੇ ਆਪਣਾ ਮੇਨ ਟਾਸਕ ਤਾਂ ਇਹ ਸੀ ਕਿ ਕੁਝ ਲੋਕ ਐਦਾਂ ਕਹਿ ਰਹੇ ਆ ਕਿ ਓਨਲੀ ਵੇ ਆ ਰਿਡਿਊਸ ਕਰਨਾ ਕ੍ਰਾਈਮ ਤੇ ਦੂਸਰੇ ਲੋਕ ਇਹ ਕਹਿ ਰਹੇ ਕਿ ਅਲਟਰਨੇਟਿਵ ਮੈਥਡ ਹੀ ਹੈ ਕਿ ਇਸ ਲਈ ਆਪਾਂ ਸਭ ਤੋਂ ਪਹਿਲਾਂ ਇਹ ਡਿਸਕਸ ਕੀਤਾ ਜਿਹੜੇ ਲੋਕ ਕਹਿ ਰਹੇ ਕਿ ਕੱਲਾ ਇਹੀ ਕਾਰਨ ਆ ਉਹ ਇਹ ਗੱਲ ਕਿਉਂ ਕਹਿ ਰਹੇ ਆ ਤਾਂ ਆਪਾਂ ਇਹਦੇ 'ਚ ਇਹ ਡਿਸਕਸ ਕੀਤਾ ਕਿ ਕੱਲੇ ਕਾਰਨ ਜਿਹੜਾ ਕਹਿ ਰਹੇ ਹੁੰਦਾ ਮਤਲਬ ਇਹ ਹੋ ਸਕਦਾ ਹੈ ਕਿਉਂਕਿ ਜਿਹੜੇ ਲੰਮੇ ਸਮੇਂ ਦੀ ਜੇਲ੍ਹ ਦੀ ਸਜ਼ਾ ਹੋਗੀ ਉਹਨਾਂ ਦੇ ਮਨ ਵਿੱਚ ਡਰ ਪੈਦਾ ਕਰ ਦੂਗੀ ਤੇ ਜੇ ਉਹ ਡਰਨਗੇ ਉਹਦੇ ਵਿੱਚ ਕੁਝ ਗਲਤ ਕਰਨ ਤੋਂ ਪਹਿਲਾਂ ਸੋਚਣਗੇ ਵੀ ਠੀਕ ਹੈ ਫਿਰ ਮੈਂ ਇਹਨਾਂ ਨੂੰ ਅਦਰ ਵਰਡਸ ਦੇ ਵਿੱਚ ਹੋਰ ਵੀ ਐਕਸਪਲੇਨ ਕਰਤਾ ਇਫੋ ਵਾਲਾ ਸਟਰਕਚਰ ਲਗਾ ਕੇ ਕਿ ਜੇ ਇਹਨਾਂ ਨੂੰ ਛੋਟੇ ਟਾਈਮ ਪੀਰੀਅਡ ਦੀ ਸਜ਼ਾ ਦੇ ਕੇ ਛੱਡਿਆ ਵੀ ਜਾਂਦਾ ਹੈ ਤਾਂ ਇਹ ਸੋਸਾਇਟੀ ਦੇ ਫੇਵਰ 'ਚ ਨਹੀਂ ਹੋਣਾ ਕਿਉਂਕਿ ਨਾ ਤਾਂ ਇਹਨਾਂ ਦੇ ਮਨ 'ਚ ਡਰ ਰਹਿਣਾ ਇਹ ਫੇਰ ਦੁਬਾਰਾ ਜ਼ੁਲਮ ਕਰਨਾ ਸ਼ੁਰੂ ਕਰ ਦੇਣਗੇ ਤੇ ਦੂਜਾ ਕਾਰਨ ਇਹ ਹੈ ਕਿ ਉਹ ਸੋਸਾਇਟੀ ਦੇ ਦੂਜੇ ਮੈਂਬਰ ਸਪੈਸ਼ਲੀ ਯੰਗਸਟਰਸ ਨੂੰ ਪ੍ਰਵੋਕ ਵੀ ਕਰਨਗੇ ਮਤਲਬ ਕਿ ਭੜਕਾਉਣਗੇ ਵੀ ਹੁਣ ਦੇਖੋ ਬਹੁਤ ਹੀ ਸਿੰਪਲ ਆ ਕੋਈ ਜ਼ਿਆਦਾ ਵਰਡਿੰਗ ਨਹੀਂ ਮੇਰੇ ਸਾਹਮਣੇ 70 ਤੋਂ 75 ਵਰਡ ਬਣੇ ਹੋਣੇ ਮੇਰੇ ਬਟ ਮੇਰਾ ਮੈਸੇਜ ਕਨਵੇ ਹੋ ਰਿਹਾ ਵਾ ਕਿ ਕਿਉਂ ਜਿਹੜੇ ਲੋਕ ਕਹਿੰਦੇ ਕਿ ਕੱਲਾ ਸੈਂਟੈਂਸਿੰਗ ਲੌਂਗ ਟਾਈਮ ਸੈਂਟੈਂਸਿੰਗ ਪ੍ਰਿਜ਼ਨ ਹੀ ਕਾਰਨ ਆ ਕ੍ਰਾਈਮ ਨੂੰ ਘੱਟ ਕਰਨ ਦਾ ਮਤਲਬ ਉਹ ਮੇਰੇ ਇਹਦੇ ਵਿੱਚ ਡਿਸਕਸ ਹੋ ਗਿਆ ਵਾ ਠੀਕ ਹੈ ਜੀ ਹਾਂਜੀ ਹੁਣ ਦੇਖੋ ਮੇਰੇ ਬੀਪੀ ਦੀ ਸ਼ੁਰੂਆਤ ਵੀ ਉੱਥੋਂ ਹੋਈ ਸੀ ਜਿਹੜੀ ਗੱਲ ਮੈਂ ਕਨਵੇ ਕਰਨਾ ਚਾਹੁੰਦੀ ਸੀ ਤੇ ਐਂਡ ਵੀ ਮੇਰਾ ਉਸੇ ਗੱਲ ਤੇ ਹੀ ਹੋਇਆ ਵਾ ਓਕੇ ਹੁਣ ਆਪਾਂ ਆ ਜਾਵਾਂਗੇ ਜਿਹੜੇ ਦੂਸਰੇ ਲੋਕ ਕਹਿ ਰਹੇ ਆ ਕਿ while other believes alternative method should be used to lower crime ਦੂਜੇ ਲੋਕ ਕਹਿ ਰਹੇ ਆ ਕਿ alternative method ਵੀ ਯੂਜ਼ ਕਰਨਾ ਚਾਹੀਦਾ ਕ੍ਰਾਈਮ ਨੂੰ ਘਟਾਉਣ ਦੇ ਲਈ ਹੁਣ ਆਪਾਂ ਯੂਜ਼ ਕਰਦੇ ਆ ਕਿ alternative method ਕਿਹੜਾ ਹੈ ਬੀਪੀ ਸੈਕਿੰਡ ਤੇ ਆ ਜਾਂਦੇ ਆਪਾਂ ਹਾਂਜੀ ਪੜ੍ਹਦੇ ਆ ਬੀਪੀ ਸੈਕਿੰਡ however ਦੇਖੋ ਬਹੁਤ ਬੱਚੇ ਕੀ ਕਰਦੇ ਆ ਇੰਟਰੋ ਪੜ੍ਹੀ BP1 ਵਿੱਚ ਔਨ ਦਾ ਵਨ ਹੈਂਡ ਲਗਾਉਂਦੇ ਨਹੀਂ ਤੇ BP2 ਦੀ ਸ਼ੁਰੂਆਤ ਵਿੱਚ ਲਗਾ ਦਿੰਦੇ ਔਨ ਦਾ ਅਦਰ ਹੈਂਡ ਠੀਕ ਹੈ ਜੇ ਤੁਸੀਂ ਡਿਸਕਸ ਬੋਥ ਵਿਊ ਕਰ ਰਹੇ ਹੋ BP1 ਦੇ ਵਿੱਚ ਤੁਸੀਂ ਔਨ ਦਾ ਵਨ ਹੈਂਡ ਲਿਖਿਆ ਤਾਂ ਤੁਸੀਂ BP2 ਦੇ ਵਿੱਚ ਔਨ ਦਾ ਅਦਰ ਹੈਂਡ ਲਿਖਣਾ ਹੈ ਠੀਕ ਹੈ ਕਨੈਕਟਰਸ ਨੂੰ ਨਾ ਯੂਜ਼ ਕਰਨਾ ਬੈਟਰ ਹੈ ਇਦੋਂ ਕੀ ਆਪਾਂ ਗਲਤ ਯੂਜ਼ ਕਰ ਲਈਏ ਤਾਂ ਬੀ ਸੇਫ
ਇਹ ਗੱਲ ਤੋਂ ਸੇਫ ਰਹਿਣਾ। ਹੁਣ ਦੇਖੋ BB1 ਚ ਮੈਂ ਇਹੋ ਜਿਹੇ ਕੋਈ ਕਨੈਕਟਰ ਨਹੀਂ ਲਗਾਇਆ ਸੀ ਔਨ ਦਾ ਵਨ ਹੈਂਡ, ਠੀਕ ਹੈ ਜੀ। ਤਾਂ ਫਿਰ ਮੈਂ BB2 ਦੀ ਸ਼ੁਰੂਆਤ ਵੀ ਬੜੀ ਸਿੰਪਲ ਤੇ ਸੇਫ ਕਨੈਕਟਰ ਕਰਕੇ ਯੂਜ਼ ਕੀਤੀ ਹੈ। ਹਾਊਐਵਰ ਤੋਂ ਐਗਜ਼ਾਮੀਨਰ ਨੂੰ ਜੱਜ ਹੋ ਗਿਆ ਕਿ ਹੁਣੇ ਦੂਜੇ ਵਿਊ ਵਾਲਿਆਂ ਦੀ ਗੱਲ ਕਰੋ, ਠੀਕ ਹੈ। I personally advocate that। ਹੁਣ ਦੇਖੋ I personally advocate ਕਿਉਂ ਲਗਾਇਆ, ਕਿਉਂਕਿ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਸੀਗਾ ਕਿ ਡਿਸਕਸ ਕਰੋ ਬੋਥ ਵਿਊਜ਼ ਤੇ ਆਪਦੀ ਓਪੀਨੀਅਨ ਵੀ ਦਿਓ, ਠੀਕ ਹੈ ਜੀ। ਤਾਂ ਹੁਣ ਆਪਦੀ ਓਪੀਨੀਅਨ ਦੇਣ ਦੇ ਲਈ ਮੈਂ 20 ਸੈਕਿੰਡ ਦੇ ਵਿੱਚ ਦੱਸਤਾ ਕਿ ਮੇਰੀ ਓਪੀਨੀਅਨ ਮਤਲਬ ਇੱਧਰ ਆ। ਹਾਊਐਵਰ ਲਾ ਕੇ ਮੈਂ ਦੱਸਤਾ ਕਿ ਦੂਜੇ ਮੈਥਡ ਦੀ ਗੱਲ ਕਰੂੰਗੀ ਤੇ I ਪਰਸਨਲੀ ਲਾ ਕੇ ਮੈਂ ਦੱਸਤਾ ਕਿ ਮੇਰੀ ਓਪੀਨੀਅਨ ਵੀ ਇੱਧਰ ਆ। I personally advocate that, ਮੈਂ ਪਰਸਨਲੀ ਇਹ ਵਿਸ਼ਵਾਸ ਕਰਦੀ ਆ ਜਾਂ ਇੰਡੀਕੇਟ ਕਰਦੀ ਆ that long confinement ਕਿਹਨੂੰ ਲਿਖਿਆ ਮੈਂ, long term prison ਨੂੰ, is only beneficial, ਇਹ ਸਿਰਫ beneficial ਆ them, ਉਹਨਾਂ ਲਈ who commit serious activities ਜਾਂ serious crime, ਜਿਹੜੇ ਕਿ ਸੀਰੀਅਸ ਜੁਰਮ ਕਰ ਰਹੇ ਆ ਜਾਂ ਫਿਰ ਕ੍ਰਾਈਮ ਕਰ ਰਹੇ ਆ, ਉਹਨਾਂ ਲਈ ਵਧੀਆ ਆ ਇਹ, ਠੀਕ ਹੈ ਜੀ। ਦੇਖੋ ਪਹਿਲੇ ਬੀਪੀ ਦੇ ਵਿੱਚ ਆਪਾਂ ਲਿਖਿਆ ਕਿ ਜਿਹੜੇ ਕਹਿ ਰਹੇ ਸੀ ਕੱਲਾ ਇਹੀ ਕਾਰਨ ਨਾ ਰਿਡਿਊਸ ਕਰਨ ਦਾ ਕ੍ਰਾਈਮ ਨੂੰ, ਉਹਦੇ ਚ ਆਪਾਂ ਦੱਸਤਾ ਕਿ ਇਹ ਕਿਉਂ ਕਹਿ ਰਹੇ, ਹੋ ਸਕਦਾ ਕਿ ਇਹਦੇ ਨਾਲ ਜਿਹੜਾ ਕਿ ਉਹਨਾਂ ਦੇ ਮਨ ਚ ਡਰ ਪੈਦਾ ਹੋ ਜਾਵੇ ਤੇ ਉਹ ਕ੍ਰਾਈਮ ਨਹੀਂ ਕਰਨਗੇ। ਹੁਣ ਦੂਜੇ ਵਿੱਚ ਆਪਾਂ ਦੱਸਤਾ ਕਿ ਮੈਂ ਇਹ ਮੰਨਦੀ ਹਾਂ ਕਿ ਜਿਹੜੀ ਲੌਂਗ ਟਰਮ ਪ੍ਰਿਜ਼ਨ ਹੈ ਨਾ, ਕਨਫਾਈਨਮੈਂਟ ਮਤਲਬ ਲੌਂਗ ਟਰਮ ਪਨਿਸ਼ਮੈਂਟ ਦਿੱਤੀ ਜਾਂਦੀ ਹੈ ਪ੍ਰਿਜ਼ਨ ਦੇ ਵਿੱਚ, ਜੇਲ੍ਹਾਂ ਵਿੱਚ ਲੌਂਗ ਟਰਮ ਦੇ ਲਈ ਬੰਦ ਕੀਤਾ ਜਾਂਦਾ ਹੈ, ਜਿਵੇਂ ਕਿ ਕਹਿ ਦਿੰਦੇ ਆ ਕਿ ਲਾਈਫ ਟਾਈਮ ਦੇ ਲਈ ਬੰਦ ਕੀਤਾ ਜਾਂਦਾ ਹੈ ਨਾ, ਇਜ਼ ਓਨਲੀ ਬੈਨੀਫੀਸ਼ੀਅਲ, ਇਹ ਸਿਰਫ ਉਹਨਾਂ ਲਈ ਲਾਭਦਾਇਕ ਆ who commit serious crime, ਜਿਹੜੇ ਕਿ ਸੀਰੀਅਸ ਕ੍ਰਾਈਮ ਕਰਦੇ ਆ। ਇਟ ਇਜ਼ ਨਾਟ ਫॉर ਪਿਟੀ ਕ੍ਰਿਮੀਨਲਸ, ਜਿਹੜੇ ਪਿਟੀ ਕ੍ਰਿਮੀਨਲਸ ਹੋ ਗਏ, ਜਿਹੜੇ ਕਿ ਛੋਟੀਆਂ ਮੋਟੀਆਂ ਚੋਰੀਆਂ ਹੋ ਗਈਆਂ, ਜਿਹੜੇ ਇਦਾਂ ਦੇ ਕ੍ਰਾਈਮ ਕਰਦੇ, ਉਹਨਾਂ ਲਈ ਬੈਨੀਫੀਸ਼ੀਅਲ ਨਹੀਂਗੀ। ਐਜ਼ ਕਿਉਂਕਿ these type of criminals such as offenders commit, ਉਹ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਕ੍ਰਿਮੀਨਲ ਆ ਨਾ, these type of criminals push the offenders commit crime in their life prisons, ਮਤਲਬ ਕਿ ਉਹ ਕਹਿੰਦੇ ਜੇ ਇਹਦੇ ਬੀਪੀ ਚ ਮੈਂ ਸ਼ੁਰੂਆਤ ਕੀਤੀ, ਉਹ ਕਹਿੰਦੇ ਜੇ ਲੌਂਗ ਟਾਈਮ ਪਨਿਸ਼ਮੈਂਟ ਸਿਰਫ ਉਹਨਾਂ ਲਈ ਬੈਨੀਫੀਸ਼ੀਅਲ ਆ ਜਿਹੜੇ ਕਿ ਸੀਰੀਅਸ ਕ੍ਰਾਈਮ ਕਰਦੇ ਆ। ਇਟ ਇਜ਼ ਨੋਟ ਜਿਹੜੇ ਛੋਟੇ ਮੋਟੇ ਕ੍ਰਾਈਮ ਜਿਵੇਂ ਚੋਰੀ ਕਰ ਲਈ ਜਾਂ ਫਿਰ ਕੁਛ ਹੋ ਗਿਆ ਜਿਹਨੂੰ ਆਪਾਂ ਜੇਬ ਕਤਰੇ ਕਹਿ ਦਿੰਦੇ, ਉਹਨਾਂ ਲਈ ਬੈਨੀਫੀਸ਼ੀਅਲ ਨਹੀਂਗਾ। ਕਿਉਂ ਕਿ these type of criminals, ਉਹ ਕਹਿੰਦੇ ਜਿਹੜੇ ਇਸ ਟਾਈਪ ਦੇ ਕ੍ਰਿਮੀਨਲ ਹੁੰਦੇ ਨਾ, ਪੁਸ਼ ਕਰਦੇ ਆ offenders ਨੂੰ commit crime in their life prisons ਦੇ। ਉਹ ਕਹਿੰਦੇ ਜੇ ਉਹਨਾਂ ਨੂੰ ਮੰਨ ਲਓ ਕਿ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਇਦਾਂ ਦੇ ਜਿਹੜੇ ਕ੍ਰਿਮੀਨਲਸ ਹੁੰਦੇ ਆ ਪੁਸ਼ ਕਰ ਦਿੰਦੇ offenders ਨੂੰ, ਮਤਲਬ ਕ੍ਰਿਮੀਨਲਸ ਨੂੰ ਜਾਂ ਫਿਰ ਅਦਰ ਲੋਕਾਂ ਨੂੰ, ਕਿ ਉਹ ਵੀ ਆਪਣੀ ਲਾਈਫ ਟਾਈਮ ਦੇ ਵਿੱਚ ਕ੍ਰਾਈਮ ਕਰਦੇ ਨੇ। ਦਿਸ ਸਮ ਕਨਵੈਂਸ ਲੈਟਰ ਅਦਰ ਮੈਥਡਸ, ਉਹ ਕਹਿੰਦੇ ਹੋ ਸਕਦਾ ਹੈ ਕਿ ਕਾਰਨ ਹੋਵੇ ਕਿ ਦੂਜੇ ਲੋਕ ਕਹਿ ਰਹੇ ਆ ਕਿ ਲੈਟਰ ਵਿਊ ਮੀਨਸ, ਲੈਟਰ ਵਿਊ ਤੋਂ ਮੈਂ ਡਿਸਕਸ ਇਹ ਕਰਤਾ, ਮਤਲਬ ਜਿਹੜੇ ਸੈਕੰਡ ਵਿਊ ਦੇ ਕਹਿ ਰਹੇ ਸੀਗੇ ਕਿ ਅਲਟਰਨੇਟਿਵ ਆਪਾਂ ਯੂਜ਼ ਕਰ ਸਕਦੇ ਆ, ਤਾਂ ਆਪਾਂ ਉਹਦੀ ਗੱਲ ਕਰਤੀ ਲੈਟਰ ਵਿਊਜ਼ ਪਾ ਕੇ ਸਿਰਫ, ਕਿ ਜਿਹੜੇ ਲੋਕ ਕਹਿ ਰਹੇ ਆ ਕਿ ਦੂਸਰਾ ਮੈਥਡ ਹੈ ਵਧੀਆ, ਤਾਂ ਹੋ ਸਕਦਾ ਉਹ ਇਸੇ ਕਾਰਨ ਕਰਕੇ ਕਹਿ ਰਹੇ ਹੋਣ, ਕਿਉਂਕਿ ਜਦੋਂ ਮੰਨ ਲਓ ਕਿ ਪਿਟੀ ਕ੍ਰਾਈਮਸ ਦੇ ਉੱਪਰ ਹੀ ਲੌਂਗ ਟਰਮ ਪਨਿਸ਼ਮੈਂਟ ਦਿੱਤੀ ਜਾਣ ਲੱਗੀ ਤਾਂ ਲੋਕਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਊਗਾ ਤੇ ਇਹ ਉਹਨਾਂ ਲਈ ਬੈਨੀਫੀਸ਼ੀਅਲ ਵੀ ਨਹੀਂ ਹੋਊਗਾ। ਤੇ ਇਹ ਬੈਨੀਫੀਸ਼ੀਅਲ ਕਿਹਨਾਂ ਲਈ ਹੈ, ਜਿਨ੍ਹਾਂ ਨੇ ਹੀਨੀਅਸ ਕ੍ਰਾਈਮ ਕੀਤੇ ਜਾਂ ਫਿਰ ਸੀਰੀਅਸ ਕ੍ਰਾਈਮ ਕੀਤੇ ਆ, ਇਹ ਉਹਨਾਂ ਲਈ ਬੈਨੀਫੀਸ਼ੀਅਲ ਆ, ਠੀਕ ਹੈ ਜੀ। ਹੁਣ ਅੱਗੇ ਆਪਾਂ ਪੜ੍ਹਦੇ ਹਾਂ ਕਿ ਲੈਟਰ ਵਿਊ ਦੇ, ਉਹ ਕਹਿੰਦੇ ਜਿਹੜੇ ਲੋਕ ਆ, ਹੋ ਸਕਦਾ ਹੈ ਜਿਹੜੇ ਦੂਸਰੇ ਪਾਸੇ ਦੇ ਵਿਊ ਵਾਲੇ ਬੰਦੇ ਆ, ਹੋ ਸਕਦਾ ਉਹ ਇਸ ਕਾਰਨਾਂ ਕਰਕੇ ਕਨਵਿੰਸ ਕਰ ਰਹੇ ਹੋਣ ਕਿ ਹੋਰ ਮੈਥਡ ਨੂੰ ਅਪਣਾਇਆ ਜਾਵੇ। ਅਦਰ ਮੈਥਡ ਇਨਕਲੂਡਿੰਗ, ਹੁਣ ਦੂਜਾ ਮੈਥਡ ਕਿਹੜਾ ਵਾ, ਰੀਹੈਬਿਲਿਟੇਸ਼ਨ। ਰੀਹੈਬਿਲਿਟੇਸ਼ਨ ਮੀਨਸ ਕੀ ਹੋ ਗਿਆ, ਰੀਹੈਬਿਲਿਟੇਸ਼ਨ। ਹੁਣ ਦੇਖੋ ਮੈਂ ਰੀਹੈਬਿਲਿਟੇਸ਼ਨ ਵਰਡਸ ਯੂਜ਼ ਕੀਤਾ, ਫਿਰ ਮੈਂ ਐਗਜ਼ਾਮੀਨਰ ਨੂੰ ਐਕਸਪਲੇਨ ਕਰੂੰਗੀ ਕਿ ਇਹਦਾ ਮਤਲਬ ਕੀ ਆ। ਰੀਹੈਬਿਲਿਟੇਸ਼ਨ ਇਨ ਵਿਚ ਵੋਕੇਸ਼ਨਲ ਟ੍ਰੇਨਿੰਗ ਆਰ ਟੌਟ ਦਾ ਕ੍ਰਿਮੀਨਲਸ, ਜਿੰਦੇ ਵਿੱਚ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕ੍ਰਿਮੀਨਲਸ ਨੂੰ, that is profitable for them to start their new life। ਦੇਖੋ ਕਹਿੰਦੇ ਦੂਜਾ ਮੈਥਡ ਕੀ ਆ, ਹੁਣ ਇਹਦੇ 'ਚ ਆਪਾਂ ਗੱਲ ਕੀਤੀ ਸ਼ੁਰੂ ਤੋਂ, ਆਪਾਂ ਬੀਬੀ ਦੀ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਇਹੀ ਗੱਲ ਕੀਤੀ ਕਿ ਮੈਂ ਜਿਹੜੀ ਪਰਸਨਲੀ ਇਹ ਨਹੀਂ ਲੌਂਗ ਟਰਮ ਪਨਿਸ਼ਮੈਂਟ ਨੂੰ ਨਹੀਂ ਕਰਦੀ ਐਗਰੀ, ਕਿਉਂਕਿ ਸਿਰਫ ਇਹ ਉਹਨਾਂ ਲਈ ਵਧੀਆ ਵਾ ਜਿਹੜੇ ਕਿ ਲੋਕ
ਸੀਰੀਅਸ ਕ੍ਰਾਈਮ ਕਰਦੇ ਆ। ਇਹ ਪੀਟੀ ਪਨਿਸ਼ਮੈਂਟ ਕਰਨ ਵਾਲੇ ਜਾਂ ਫਿਰ ਛੋਟੇ ਛੋਟੇ ਜੇਬ ਕਤਰਿਆਂ ਦੇ ਲਈ ਵਧੀਆ ਨਹੀਂਗੇ, ਕਿਉਂਕਿ ਜੇ ਸੀਰੀਅਸ ਕ੍ਰਿਮੀਨਲਸ ਨੂੰ ਉਹ ਕਹਿੰਦੇ ਪਨਿਸ਼ਮੈਂਟ ਨਹੀਂ ਦਿੱਤੀ ਜਾਂਦੀ ਹੈ ਨਾ, ਤਾਂ ਲੋਕਾਂ ਨੂੰ ਪੁਸ਼ ਕਰਨਗੇ ਕਿ ਉਹਨਾਂ ਨੂੰ ਲਾਈਫ ਟਾਈਮ ਪ੍ਰਿਜ਼ਨ ਦੇ ਵਿੱਚ, ਲੋਕਾਂ ਨੂੰ ਇਨਕਰੇਜ ਕਰਨਗੇ ਕਿ ਉਹਨਾਂ ਨੂੰ ਲਾਈਫ ਟਾਈਮ ਪ੍ਰਿਜ਼ਨ ਦੇ ਵਿੱਚ ਰੱਖਿਆ ਜਾਵੇ। ਦਿਸ ਮੇ ਵੀ ਉਹ ਕਹਿੰਦੇ ਇਹੀ ਕਾਰਨ ਹੋ ਸਕਦਾ ਵਾ ਕਿ ਜਿਹੜੇ ਪੀਟੀ ਕ੍ਰਿਮੀਨਲਸ ਆ ਉਹਨਾਂ ਨੂੰ ਇਹ ਨਹੀਂ ਦਿੱਤੀ ਜਾਣੀ ਚਾਹੀਦੀ ਸਜ਼ਾ, ਕਿਉਂਕਿ ਜਿਹੜੇ ਜੇਬ ਕਤਰੇ ਆ, ਛੋਟੇ ਛੋਟੇ ਹੋਰ ਵੀ ਕ੍ਰਾਈਮ ਕਰਨ ਵਾਲੇ, ਚੋਰੀਆਂ ਕਰਨ ਵਾਲੇ, ਉਹਨਾਂ ਲਈ ਹੋਰ ਮੈਥਡ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਹੋਰ ਕਿਹੜਾ ਮੈਥਡ ਮੈਂ ਦੱਸਦਾ? ਰੀਹੈਬਿਲਿਟੇਸ਼ਨ। ਕਿ ਰੀਹੈਬਿਲਿਟੇਸ਼ਨ ਕਿਹੜਾ ਮੈਥਡ ਆ? ਇਹ ਇੱਕ ਅਜਿਹੀ ਹੁੰਦਾ ਆ, ਜਿਵੇਂ ਆਪਾਂ ਕਹਿ ਦਿੰਦੇ ਕਿ ਜਿੰਦੇ ਵਿੱਚ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕ੍ਰਿਮੀਨਲਸ ਨੂੰ, ਕਿ ਉਹ ਆਪਣੀ ਜ਼ਿੰਦਗੀ ਨੂੰ ਨਵੇਂ ਤਰੀਕੇ ਨਾਲ, ਵੋਕੇਸ਼ਨਲ ਟ੍ਰੇਨਿੰਗ ਮੀਨਸ ਕਿਵੇਂ ਕਿ ਜੇ ਕੋਈ ਐਜੂਕੇਟਡ ਆ ਕ੍ਰਿਮੀਨਲਸ ਤਾਂ ਉਹਨੂੰ ਐਜੂਕੇਸ਼ਨ ਦਿੱਤੀ ਜਾਂਦੀ ਆ, ਜਾਂ ਫਿਰ ਉਹਨੂੰ ਨਿੱਕੇ ਮੋਟੇ ਬਿਜ਼ਨਸ ਸਟਾਰਟ ਕਰਨ ਦੇ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿੰਦੇ ਨਾਲ ਜਦੋਂ ਇਹ ਚੀਜ਼ਾਂ ਸਿੱਖ ਜਾਂਦੇ ਰੀਹੈਬਿਲਿਟੇਸ਼ਨ ਪ੍ਰੋਗਰਾਮ ਦੇ ਵਿੱਚ, ਠੀਕ ਹੈ, ਇਨਕਲੂਡਿੰਗ ਰੀਹੈਬਿਲਿਟੇਸ਼ਨ ਪ੍ਰੋਗਰਾਮ, ਉਹ ਕਹਿੰਦੇ ਜਦੋਂ ਇਹ ਚੀਜ਼ਾਂ ਸਿੱਖ ਜਾਂਦੇ ਆ ਕ੍ਰਿਮੀਨਲਸ, ਤਾਂ ਉਹ ਆਪਣੀ ਜਿਹੜੀ ਲਾਈਫ ਆ ਉਹ ਨਵੇਂ ਤਰੀਕੇ ਦੇ ਨਾਲ ਸ਼ੁਰੂ ਕਰ ਸਕਦੇ ਆ। ਠੀਕ ਹੈ ਜੀ, ਬਿਕਾਜ਼ ਕਿਉਂਕਿ ਇਨ ਦਿਸ ਪ੍ਰੋਗਰਾਮਸ, ਉਹ ਕਹਿੰਦੇ ਇਹਨਾਂ ਪ੍ਰੋਗਰਾਮ ਦੇ ਵਿੱਚ offenders may inquire opportunity, ਉਹ ਕਹਿੰਦੇ ਜਿਹੜੇ offenders ਆ ਨਾ ਉਹ ਕੀ ਕਰ ਸਕਦੇ ਆ? opportunity, ਪ੍ਰਸਥਿਤੀ ਨੂੰ, ਮਤਲਬ ਕਿ ਮੌਕੇ ਨੂੰ ਪ੍ਰਾਪਤ ਕਰ ਸਕਦੇ ਆ, to employ, to get employment, ਕਿ employment ਨੂੰ ਉਹ ਅਚੀਵ ਕਰ ਸਕਦੇ ਆ ਜੇ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਦਿੱਤੀ ਜਾਵੇ ਕਿ ਐਦਾਂ ਕਰਕੇ ਤੁਸੀਂ ਜੇ ਮੰਨ ਲਓ ਵੋਕੇਸ਼ਨ ਟ੍ਰੇਨਿੰਗ ਦਿੱਤੀ ਜਾਂਦੀ ਆ ਕੋਈ ਕ੍ਰਿਮੀਨਲਸ ਨੂੰ, ਜਿਵੇਂ ਉਹਨੇ ਕੋਈ ਕ੍ਰਾਈਮ ਕੀਤਾ, ਪਿਟੀ ਕ੍ਰਾਈਮ, ਜਿਵੇਂ ਜੇਬ ਕਤਰੇ ਨੂੰ ਕੋਈ ਜੇਲ੍ਹ ਦੀ ਸਜ਼ਾ ਹੋਈ 2 ਜਾਂ 2.5 ਮਹੀਨਿਆਂ ਲਈ, ਜਦੋਂ ਉਹਨਾਂ ਨੂੰ ਛੋਟੀਆਂ ਛੋਟੀਆਂ ਵੋਕੇਸ਼ਨਲ ਟ੍ਰੇਨਿੰਗਸ ਦਿੱਤੀਆਂ ਜਾਣਗੀਆਂ ਕਿ ਕਿੱਦਾਂ ਉਹ ਆਪਣੀ ਲਾਈਫ ਨੂੰ ਹੋਰ ਵਧੀਆ ਬਣਾ ਸਕਦੇ ਆ, ਜਾਂ ਫਿਰ ਕੋਈ ਐਜੂਕੇਸ਼ਨ ਦਿੱਤੀ ਜਾਂਦੀ ਹੈ ਜਿਹਦੇ ਨਾਲ ਉਹ ਕਿਸੇ ਨੂੰ ਜਾ ਕੇ ਟੀਚ ਕਰ ਸਕਦੇ ਆ, ਜਾਂ ਫਿਰ ਕੋਈ ਨਿੱਕੇ ਮੋਟੇ ਬਿਜ਼ਨਸ ਸ਼ੁਰੂ ਕਰਨ ਦੇ ਲਈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ। ਉਹ ਕਹਿੰਦੇ ਇਹਨਾਂ ਟ੍ਰੇਨਿੰਗਸ ਦੇ ਨਾਲ ਕੀ ਹੋਊਗਾ, ਜਿਹੜੇ offenders ਆ ਨਾ ਉਹਨਾਂ ਨੂੰ ਮੌਕਾ ਮਿਲ ਜੂਗਾ employment placement ਦਾ, to get employment placement, ਕਿ ਉਹ ਉਹਨਾਂ ਨੂੰ ਪ੍ਰਸਥਿਤੀ opportunity ਮਿਲ ਜੂਗੀ, ਮੌਕਾ ਮਿਲ ਜੂਗਾ ਕਿ ਉਹ ਵੀ employment ਨੂੰ ਅਚੀਵ ਕਰ ਸਕਣਗੇ। ਠੀਕ ਹੈ ਜੀ, they may also learn education according to their ability, ਇਹਨਾਂ ਪ੍ਰੋਗਰਾਮ ਦੇ ਵਿੱਚ ਉਹ ਆਪਦੀ ability ਦੇ ਅਨੁਸਾਰ ਐਜੂਕੇਸ਼ਨ ਵੀ ਅਚੀਵ ਕਰ ਸਕਦੇ ਆ। ਇਹ ਕਿੰਨਾ ਪ੍ਰੋਗਰਾਮ ਦੇ ਵਿੱਚ? ਰੀਹੈਬਿਲਿਟੇਸ਼ਨ ਪ੍ਰੋਗਰਾਮ। ਜਿਹੜੇ ਹੁਣ ਕਹਿੰਦੇ ਸੀ ਨਾ ਕਿ ਦੂਸਰਾ ਮੈਥਡ ਵੀ ਅਚੀਵ ਕੀਤਾ ਜਾ ਸਕਦਾ ਹੈ, ਤਾਂ ਆਪਾਂ ਦੂਸਰੇ ਮੈਥਡ ਵਿੱਚ ਕਿਹੜੀ ਚੀਜ਼ ਨੂੰ ਲੈ ਲਿਆ? ਰੀਹੈਬਿਲਿਟੇਸ਼ਨ ਪ੍ਰੋਗਰਾਮ ਦੇ ਵਿੱਚ। ਹੁਣ ਆਪਾਂ ਉਹਨੂੰ ਐਕਸਪਲੇਨ ਕਰਤਾ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇੱਕ ਤਾਂ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਆ, ਜਦੋਂ ਵੋਕੇਸ਼ਨਲ ਟ੍ਰੇਨਿੰਗ ਕ੍ਰਿਮੀਨਲ ਸਿੱਖ ਜਾਂਦੇ ਆ, ਉਹਨਾਂ ਨੂੰ ਸਿਖਾਈ ਜਾਂਦੀ ਹੈ ਵੋਕੇਸ਼ਨਲ ਟ੍ਰੇਨਿੰਗ, ਇਹਦੇ ਨਾਲ ਉਹਦੀ ਲਾਈਫ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਲੈਂਦੇ ਆ। ਹੁਣ ਜਦੋਂ ਮੈਂ ਇਹ ਲਾਈਨ ਲਿਖਤੀ ਤਾਂ ਮੈਨੂੰ ਐਕਸਪਲੇਨ ਕੀਤਾ ਕਿ ਨਾ ਲਾਈਫ ਨੂੰ ਨਵੇਂ ਸਿਰੇ ਤੋਂ ਕਿੱਦਾਂ ਸ਼ੁਰੂ ਕਰਨਗੇ, ਤਾਂ ਮੈਂ ਦੂਸਰੀ ਲਾਈਨ ਲਿਖੀ ਹੈ ਦੂਸਰੇ ਅੱਗੇ ਸੈਂਟੈਂਸ ਦੇ ਵਿੱਚ ਕੋਮਾ ਪਾ ਕੇ, ਕਿ ਇਹਦੇ ਨਾਲ ਇੱਕ ਤਾਂ ਉਹਨਾਂ ਨੂੰ ਮੌਕਾ ਮਿਲ ਜਾਂਦਾ ਜਦੋਂ ਨਿੱਕੇ ਨਿੱਕੇ ਬਿਜ਼ਨਸ ਦੀ ਉਹਨਾਂ ਨੂੰ ਨੌਲੇਜ ਦਿੱਤੀ ਜਾਊਗੀ ਕਿ ਏਦਾਂ ਤੁਸੀਂ ਬਿਜ਼ਨਸ ਇੰਪਰੂਵ ਕਰ ਸਕਦੇ ਹੋ, ਜਾਂ ਫਿਰ ਤੁਸੀਂ ਆਹ ਬਿਜ਼ਨਸ ਵਿੱਚ ਜਾ ਸਕਦੇ ਹੋ। ਜਦੋਂ ਉਹਨਾਂ ਨੂੰ ਇਹ ਟ੍ਰੇਨਿੰਗ ਦਿੱਤੀ ਜਾਊਗੀ ਤਾਂ ਉਹਨਾਂ ਨੂੰ ਮੌਕਾ ਮਿਲ ਜੂਗਾ, ਪ੍ਰਸਥਿਤੀ ਮਿਲ ਜੂਗੀ ਕਿ ਉਹ ਰੁਜ਼ਗਾਰ ਪ੍ਰਾਪਤ ਕਰ ਸਕਣ, ਕਿਉਂਕਿ ਉਹਨਾਂ ਦੀ ਭਰਤੀ ਵੀ ਹੋ ਸਕੂਗੀ। ਠੀਕ ਹੈ ਜੀ, ਪਲੇਸਮੈਂਟ ਹੁੰਦੀ, ਜੌਬ ਅਪਰਚੂਨਿਟੀ ਮਿਲਣਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ ਜੀ, they may also learn education according to their ability, ਇਹਨਾਂ ਪ੍ਰੋਗਰਾਮਾਂ ਦੇ ਵਿੱਚ ਉਹ ਆਪਣੀ ability ਦੇ ਨਾਲ ਐਜੂਕੇਸ਼ਨ ਵੀ ਲੈ ਸਕਦੇ ਆ। ਮੰਨ ਲਓ ਕਿ ਕੋਈ ਕ੍ਰਿਮੀਨਲ ਜਿਹੜੇ 6-7 ਤੱਕ ਪੜਿਆ ਹੁੰਦਾ ਹੈ, ਜੇ ਉਹਦੀ ਐਬਿਲਿਟੀ ਹੈਗੀ ਹੈ ਲਰਨ ਕਰਨ ਦੀ, ਰੀਹੈਬਿਲਿਟੇਸ਼ਨ ਪ੍ਰੋਗਰਾਮ ਦੇ ਵਿੱਚ ਕੀ ਕੀਤਾ ਜਾਂਦਾ ਹੈ, ਉਹਨਾਂ ਕ੍ਰਿਮੀਨਲਸ ਨੂੰ ਅੱਗੇ ਐਜੂਕੇਸ਼ਨ ਦਿੱਤੀ ਜਾਂਦੀ ਆ ਜਿੰਦੇ ਨੂੰ ਆਪਣੀ ਲਾਈਫ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਣ। ਠੀਕ ਹੈ ਜੀ, ਬਾਏ ਲਰਨਿੰਗ ਸੱਚ ਸਕਿੱਲਸ, ਉਹ ਕਹਿੰਦੇ ਇਹ ਸਕਿੱਲਸ ਨੂੰ ਸਿੱਖ ਕੇ, ਐਜੂਕੇਸ਼ਨ ਨੂੰ, ਵੋਕੇਸ਼ਨਲ ਟ੍ਰੇਨਿੰਗ ਨੂੰ ਸਿੱਖ ਕੇ, ਸਰਟੇਨਲੀ ਦੇ ਮੇ ਨਾਟ ਇੰਡਲਜ ਅਗੇਨ ਇਨ ਕ੍ਰਿਮੀਨਲ ਐਕਟੀਵਿਟੀਜ਼, ਕਹਿੰਦੇ ਨਿਸ਼ਚਿਤ ਕੀਤਾ ਜਾ ਸਕਦਾ ਵਾ ਕਿ ਜਿਹੜੇ ਉਹ ਆ offenders ਆ, ਦੇ ਮੈਂ ਯੂਜ਼ ਕੀਤਾ offenders ਦੇ ਲਈ ਕਿ ਉਹ ਇੰਡਲਜ ਮੀਨਸ ਫਿਰ ਤੋਂ ਨਹੀਂ ਜਾਣਗੇ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ, ਜਾਂ ਫਿਰ ਐਂਟੀ ਸੋਸ਼ਲ
ਐਕਟੀਵਿਟੀਜ਼ ਕਮਿਟ ਨਹੀਂ ਕਰਨਗੇ। ਐਂਟੀ ਸੋਸ਼ਲ ਐਕਟੀਵਿਟੀਜ਼ ਕਿਹੜੀਆਂ ਹੁੰਦੀਆਂ ਜਿਹੜੀਆਂ ਸਮਾਜ ਦੇ ਵਿਰੁੱਧ ਹੁੰਦੀਆਂ ਵਾ, ਜਿਵੇਂ ਕਿ ਕ੍ਰਾਈਮ ਕੀਤੇ ਜਾਂਦੇ ਆ, ਠੀਕ ਹੈ ਜੀ, ਮਰਡਰ, ਰੇਪ। ਉਹ ਕਹਿੰਦੇ ਜੇ ਇਹੋ ਜਿਹੀ ਟ੍ਰੇਨਿੰਗਸ ਦਿੱਤੀ ਜਾਊਗੀ, ਬਜਾਏ ਕਿ ਉਹਨਾਂ ਨੂੰ ਲੌਂਗ ਟਰਮ ਪ੍ਰਿਜ਼ਨ ਦਿੱਤੀ ਜਾਵੇ, ਲੰਮੇ ਸਮੇਂ ਦੀ ਜੇਲ੍ਹ ਦਿੱਤੀ ਜਾਵੇ, ਇਹਦੇ ਬਜਾਏ ਕਿ ਉਹਨਾਂ ਨੂੰ ਕੀ ਵੋਕੇਸ਼ਨਲ ਟ੍ਰੇਨਿੰਗ ਤੇ ਐਜੂਕੇਸ਼ਨ ਦੇਣੀ ਚਾਹੀਦੀ ਆ, ਰੀਹੈਬਿਲਿਟੇਸ਼ਨ ਪ੍ਰੋਗਰਾਮਸ ਨੂੰ ਇੰਟਰੋਡਿਊਸ ਕਰਵਾ ਕੇ, ਜਿੰਦੇ ਨਾਲ ਕੀ ਕਰਨਗੇ ਉਹ ਆਪਣੇ ਇੱਛਾ ਦੇ ਅਨੁਸਾਰ ਉਹ ਐਜੂਕੇਸ਼ਨ ਲੈ ਸਕਣਗੇ ਤੇ ਜਿੰਦੇ ਕਰਕੇ ਉਹਨਾਂ ਨੂੰ ਹੈਲਪਫੁਲ ਹੋਊਗਾ ਕਿ ਆਪਣੀ ਲਾਈਫ ਨੂੰ ਨਵੇਂ ਤਰੀਕੇ ਦੇ ਨਾਲ ਸ਼ੁਰੂ ਕਰ ਸਕਣ। ਠੀਕ ਹੈ ਜੀ, ਤਾਂ BP2 ਤੇ ਆ ਜਾਂਦੇ ਆ, ਕਨਕਲੂਜਨ ਤੇ ਆ ਜਾਂਦੇ ਆ। ਹੁਣ ਦੇਖੋ BP1 ਦੇ ਵਿੱਚ ਆਪਾਂ ਫਿਰ ਜੇ ਆਪਾਂ ਸਟੇਟਮੈਂਟ ਤੇ ਜਾਈਏ ਤਾਂ ਸਟੇਟਮੈਂਟ ਦੇ ਵਿੱਚ ਪਹਿਲੇ BP ਦੇ ਵਿੱਚ ਉਹਨਾਂ ਨੇ ਪੁੱਛਿਆ ਸੀ ਕਿ ਕੱਲਾ ਇੱਕ ਹੀ ਕਾਰਨ ਹੈ ਕ੍ਰਾਈਮ ਨੂੰ ਰਿਡਿਊਸ ਕਰਨ ਦਾ, ਤਾਂ ਆਪਾਂ BP1 ਦੇ ਵਿੱਚ ਦੱਸਤਾ ਕਿ ਨਹੀਂ, ਕੱਲਾ ਇੱਕ ਕਾਰਨ ਨਹੀਂਗਾ, ਪਰ ਆਪਾਂ ਫਿਰ ਵੀ ਉਹਨੂੰ ਡਿਸਕਸ ਕੀਤਾ ਕਿ ਜਿਹੜੇ ਲੋਕ ਕਹਿ ਰਹੇ ਕਿ ਇੱਕ ਹੀ ਕਾਰਨ ਤੇ ਕਿਉਂ ਕਹਿ ਰਹੇ ਆ, ਕਿਉਂਕਿ ਆਪਣੀ ਰਾਏ ਤਾਂ ਇਹ ਸੀ ਕਿ ਕੱਲਾ ਇਹ ਕਾਰਨ ਨਹੀਂ, ਇਹ ਸਿਰਫ ਉਹਨਾਂ ਲਈ ਜਿਹੜੇ ਹੀਨੀਅਸ ਕ੍ਰਾਈਮ ਕਰਦੇ ਆ। ਠੀਕ ਹੈ, ਆਪਾਂ ਇੰਟਰੋਡਕਸ਼ਨ 'ਚ ਵੀ ਇਹੀ ਮੈਂਸ਼ਨ ਕੀਤਾ ਕਿ ਇਹ ਇਫੈਕਟਿਵ ਤਾਂ ਹੋ ਸਕਦਾ ਹੈ ਪਰ ਕੁਝ ਹੱਦ ਤੱਕ ਹੋ ਸਕਦਾ ਹੈ, ਕਿਉਂਕਿ ਇਹ ਜਿਹੜਾ ਕੱਲਾ ਤਰੀਕਾ ਨਹੀਂਗਾ ਕ੍ਰਾਈਮ ਨੂੰ ਰਿਡਿਊਸ ਕਰਨ ਦਾ, ਕ੍ਰਾਈਮ ਨੂੰ ਰੀਹੈਬਿਲਿਟੇਸ਼ਨ ਪ੍ਰੋਗਰਾਮਸ ਦੇ ਨਾਲ ਵੀ ਘੱਟ ਕੀਤਾ ਜਾ ਸਕਦਾ, ਲੋਕਾਂ ਨੂੰ ਐਜੂਕੇਟ ਕਰਕੇ, ਕ੍ਰਿਮੀਨਲਸ ਨੂੰ ਜਿਹੜੇ ਛੋਟੇ ਛੋਟੇ ਕ੍ਰਾਈਮ ਕਰਦੇ ਆ ਉਹਨਾਂ ਨੂੰ ਐਜੂਕੇਸ਼ਨ ਦੇ ਕੇ ਵੀ ਇਹਨਾਂ ਨੂੰ ਆਪਾਂ ਸੁਧਾਰ ਸਕਦੇ ਹਾਂ, ਵੀ ਆਪਣੇ ਕੋਲ ਇਹ ਵੀ ਮੈਥਡ ਹੈਗਾ ਵਾ। ਠੀਕ ਹੈ ਜੀ, ਤੇ ਹੁਣ ਆਪਾਂ ਗੱਲ ਕਰਨੀ ਆ ਕਿ ਆਪਣੇ ਕੋਲ ਕਿ ਦੂਸਰੇ ਵਿਊ ਵਾਲੇ ਕੀ ਕਹਿ ਰਹੇ ਸੀ। ਦੂਸਰੇ ਵਿਊ ਵਾਲੇ ਕਹਿ ਰਹੇ ਸੀਗੇ ਕਿ ਜਿਹੜੇ ਲੋਕ ਕਹਿ ਰਹੇ ਸੀ ਕਿ ਹੋਰ ਵੀ ਮੈਥਡ ਅਪਣਾਇਆ ਜਾ ਸਕਦਾ ਵਾ, ਆਪਾਂ ਉਹਨਾਂ ਨੂੰ ਇਹ ਗੱਲ ਦੱਸਦੀ ਕਿ ਹੋਰ ਜਿਹੜਾ ਮੈਥਡ ਆ, ਪਹਿਲੇ ਵਿੱਚ ਤਾਂ ਆਪਾਂ ਇਹੀ ਮੈਂਸ਼ਨ ਕੀਤਾ ਕਿ ਇਹ ਤਰੀਕਾ ਸਿਰਫ ਉਹਨਾਂ ਲਈ ਵਧੀਆ ਵਾ ਜਿਹੜੇ ਕਿ ਸੀਰੀਅਸ ਕ੍ਰਾਈਮ ਕਰਦੇ ਆ ਤੇ ਜਿਹੜੇ ਕਿ ਲੋਕਾਂ ਨੂੰ ਪੁਸ਼ ਕਰਦੇ ਆ ਕਿ ਉਹ ਕ੍ਰਿਮੀਨਲ ਵਰਲਡ ਦੇ ਵਿੱਚ ਜਾਣ, ਇਹ ਉਹਨਾਂ ਲਈ ਵਧੀਆ ਤਰੀਕਾ ਵਾ। ਫਿਰ ਆਪਾਂ ਦੱਸਤਾ ਕਿ ਹੋ ਸਕਦਾ ਜਿਹੜੇ ਕਿ ਦੂਜੇ ਵਿਊ ਵਾਲੇ ਕਨਵਿੰਸ ਕਰ ਰਹੇ ਆ ਕਿ ਰੀਹੈਬਿਲਿਟੇਸ਼ਨ ਪ੍ਰੋਗਰਾਮ ਸਭ ਤੋਂ ਵਧੀਆ ਪ੍ਰੋਗਰਾਮ ਆ, ਜਿੰਦੇ ਵਿੱਚ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਤੇ ਵੋਕੇਸ਼ਨਲ ਟ੍ਰੇਨਿੰਗ ਦੇ ਵਿੱਚ ਉਹ ਵੱਖ-ਵੱਖ ਬਿਜ਼ਨਸ ਨੂੰ ਖੋਲ ਕੇ ਐਜੂਕੇਸ਼ਨ ਲੈ ਸਕਦੇ ਆ ਤੇ ਪੜ੍ਹਾਈ ਨੂੰ ਵੀ ਅੱਗੇ ਕੰਟੀਨਿਊ ਕਰ ਸਕਦੇ ਆ, ਜਿੰਦੇ ਨਾਲ ਕਿ ਉਹ ਜਦੋਂ ਆਪਣੀ ਦੇਖੋ ਉਹਨਾਂ ਨੂੰ ਰੁਜ਼ਗਾਰ ਮਿਲ ਜਾਏਗਾ ਤੇ ਬਾਅਦ ਵਿੱਚ ਜਦੋਂ ਉਹਨਾਂ ਕੋਲ ਐਜੂਕੇਸ਼ਨ ਵੀ ਹੋਏਗੀ ਤਾਂ ਉਹ ਸੋਚਣਗੇ ਵੀ ਨਹੀਂ ਕਿ ਉਹ ਦੁਬਾਰਾ ਐਂਟੀ ਸੋਸ਼ਲ ਐਕਟੀਵਿਟੀ ਵਿੱਚ ਇੰਡਲਜ ਹੋਣ ਜਾਂ ਫਿਰ ਉਹਨਾਂ ਨੂੰ ਕਮਿਟ ਕਰਨ, ਤਾਂ ਉਹਨਾਂ ਨੂੰ ਇੱਕ ਜ਼ਰੀਆ ਮਿਲ ਜਾਏਗਾ ਲਾਈਫ ਦੇ ਲਈ, ਤਾਂ ਬੜੀ ਆਸਾਨੀ ਨਾਲ ਆਪਣਾ ਰੁਜ਼ਗਾਰ ਵੀ ਲੈ ਸਕਣਗੇ। ਠੀਕ ਹੈ, ਹੁਣ ਦੇਖੋ ਆਪਾਂ ਇੰਟਰੋਡਕਸ਼ਨ ਦੇ ਸਟੇਟਮੈਂਟ ਦੇ ਹਿਸਾਬ ਨਾਲ ਦੇਖੀਏ ਤਾਂ ਆਪਾਂ ਪਹਿਲੀ ਲਾਈਨ ਦਾ ਵੀ ਆਨਸਰ ਕਰ ਚੁੱਕੇ ਹਾਂ ਕਿ ਜਿਹੜੇ ਲੋਕ ਕਹਿੰਦੇ ਆ ਕਿ ਇਕੱਲੇ ਇਹੀ ਕਾਰਨ ਆ, ਉਹ ਕਿਉਂ ਕਹਿ ਰਹੇ ਆ, ਤੇ ਦੂਜੇ ਜਿਹੜੇ ਕਹਿ ਰਹੇ ਆ ਕਿ ਹੋਰ ਵੀ ਮੈਥਡ ਹੈਗੇ ਉਹਦੇ ਵਿੱਚ ਆਪਾਂ ਰੀਹੈਬਿਲਿਟੇਸ਼ਨ ਪ੍ਰੋਗਰਾਮ ਨੂੰ ਲਿਆਏ। ਹਾਂਜੀ, ਹੁਣ ਕਨਕਲੂਜਨ ਤੇ ਆ ਜਾਓ। ਕਨਕਲੂਜਨ ਦੇ ਵਿੱਚ ਕੋਈ ਵੀ ਨਵੇਂ ਆਈਡੀਆਜ਼ ਨੂੰ ਨਹੀਂ ਆਪਾਂ ਪਾਵਾਂਗੇ, ਜੋ ਲਾਈਨ ਆਪਾਂ ਇੰਟਰੋਡਕਸ਼ਨ ਦੇ ਵਿੱਚ ਜਾਂ BP1-2 ਦੇ ਵਿੱਚ ਐਕਸਪਲੇਨ ਕੀਤੀ ਆ ਉਹਨੂੰ ਹੀ ਐਕਸਪਲੇਨ ਕਰਾਂਗੇ। ਹੁਣ ਆਪਣੀ ਕਨਕਲੂਜਨ ਦਾ ਵਿੱਚ ਆਪਣੇ ਕੀ ਕਹਿ ਰਹੇ ਆ, ਹਾਂਜੀ, ਇਨ ਕਨਕਲੂਜਨ although long term sentence is right for murderer, ਉਹ ਕਹਿੰਦੇ ਭਾਵੇਂ ਕਿ ਜਿਹੜੀ ਲੌਂਗ ਟਰਮ ਸੈਂਟੈਂਸ ਆ ਨਾ, ਪਨਿਸ਼ਮੈਂਟ ਆ, ਇਜ਼ ਰਾਈਟ, ਸਹੀ ਆ, ਕਿੰਨਾਂ ਦੇ ਲਈ, ਮਰਡਰਰਸ ਦੇ ਲਈ। ਇਨ ਮਾਈ ਓਪੀਨੀਅਨ ਅਥਾਰਟੀ ਸ਼ੁੱਡ ਫੋਕਸ ਔਨ ਅਦਰ ਮੈਥਡ ਫॉर ਰਿਫਾਰਮਿੰਗ ਦਾ ਕ੍ਰਿਮੀਨਲਸ। ਰਿਫਾਰਮਿੰਗ ਤੋਂ ਮਤਲਬ ਕਿ ਸੁਧਾਰਨ ਦੇ ਲਈ ਕ੍ਰਿਮੀਨਲਸ ਨੂੰ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਦੂਜੇ ਮੈਥਡਸ ਨੂੰ ਅਪਣਾਇਆ ਜਾਵੇ, ਜਿਵੇਂ ਕਿ ਰੀਹੈਬਿਲਿਟੇਸ਼ਨ ਪ੍ਰੋਗਰਾਮਸ ਦੇ ਲਈ। ਠੀਕ ਹੈ, ਜੇ ਮੰਨ ਲਓ ਕਿ ਰੀਹੈਬਿਲਿਟੇਸ਼ਨ ਪ੍ਰੋਗਰਾਮਸ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਆ ਕ੍ਰਿਮੀਨਲਸ ਨੂੰ, ਜੇ ਉਹਨਾਂ ਨੂੰ ਅੱਛਾ ਰੁਜ਼ਗਾਰ ਮਿਲ ਰਿਹਾ ਹੈ, ਉਹ ਬਿਜ਼ਨਸ ਕਰਨ ਦੇ ਯੋਗ ਬਣ ਰਹੇ ਆ, ਜਾਂ ਫਿਰ ਉਹਨਾਂ ਨੂੰ ਐਜੂਕੇਸ਼ਨ ਪ੍ਰੋਪਰ ਮਿਲ ਰਹੀ ਆ, ਤਾਂ ਉਹ ਕਿਉਂ ਜਾਣਗੇ ਕ੍ਰਿਮੀਨਲ ਵਰਡਸ ਦੇ ਵਿੱਚ। ਠੀਕ ਹੈ ਜੀ, ਜਦੋਂ ਉਹਨਾਂ ਨੂੰ ਅੱਗੇ ਜਾ ਕੇ ਸੁਸਾਇਟੀ ਐਕਸੈਪਟ ਨਹੀਂ ਕਰਦੀ, ਫਿਰ ਤੋਂ ਜ਼ਿਆਦਾ ਉਹ ਰੀਫੰਡ ਤਾਂ ਕਰਨਾ ਸ਼ੁਰੂ ਕਰਦੇ ਆ। ਠੀਕ ਹੈ ਜੀ, ਕਿਉਂਕਿ ਉਹਨਾਂ ਕੋਲ ਹੋਰ ਆਪਸ਼ਨ ਨਹੀਂ। ਇਸ ਲਈ ਆਪਾਂ ਇਸ ਟਾਸਕ ਦੇ ਰਹਿੰਦੇ ਹੋਏ ਇਹ ਗੱਲ ਕੀਤੀ, ਭਾਵੇਂ ਕਿ ਲੌਂਗ ਟਰਮ ਪਨਿਸ਼ਮੈਂਟ ਸਹੀ ਆ ਮਰਡਰਰਸ ਦੇ ਲਈ, ਰੇਪਰਸ ਦੇ ਲਈ, ਪਰ ਮੇਰੀ ਵਿਸ਼ਵਾਸ ਦੇ ਨਾਲ ਇਕੱਲਾ ਤਰੀਕਾ ਨਹੀਂ, ਕਿਉਂਕਿ ਅਥਾਰਟੀ ਸ਼ੁੱਡ, ਮੇਰੀ ਰਾਏ ਦੇ ਅਨੁਸਾਰ ਅਥਾਰਟੀ ਨੂੰ ਫੋਕਸ ਕਰਨਾ ਚਾਹੀਦਾ ਅਦਰ ਮੈਥਡਸ ਫॉर ਰਿਫਾਰਮਿੰਗ ਦਾ ਕ੍ਰਿਮੀਨਲਸ ਐਂਡ ਰਿਡਿਊਸ ਦਾ ਕ੍ਰਾਈਮ। ਕ੍ਰਿਮੀਨਲਸ ਨੂੰ ਸੁਧਾਰਨ ਦੇ ਲਈ ਤੇ ਕ੍ਰਾਈਮ ਨੂੰ ਘੱਟ ਕਰਨ ਦੇ ਲਈ ਮੇਰੇ ਹਿਸਾਬ ਨਾਲ ਅਥਾਰਟੀ ਨੂੰ ਦੂਸਰੇ ਮੈਥਡਸ ਅਪਣਾਉਣੇ ਚਾਹੀਦੇ ਆ, ਬਿਕਾਜ਼ ਜਿਹੜਾ ਲੌਂਗ ਟਰਮ ਸੈਂਟੈਂਸ ਆ ਇਹ ਸਿਰਫ ਰਾਈਟ ਆ
ਉਹਨਾਂ ਲਈ ਮਰਡਰਰਸ ਦੇ ਲਈ ਤੇ ਰੇਪਰ ਦੇ ਲਈ। ਠੀਕ ਹੈ ਜੀ। ਜੇ ਕੋਈ ਪੀਟੀ ਕ੍ਰਾਈਮ ਕਰਦਾ ਹੈ ਤਾਂ ਅਥਾਰਟੀ ਨੂੰ ਦੂਜੇ ਮੈਥਡਸ ਨੂੰ ਅਪਣਾਉਣਾ ਚਾਹੀਦਾ ਹੈ। ਤਾਂ ਆਪਾਂ ਗੱਲ ਸ਼ੁਰੂਆਤ ਵੀ ਇੱਥੋਂ ਹੀ ਕੀਤੀ ਸੀ। certain people believe that the only way, ਕੱਲਾ ਇੱਕ ਹੀ ਤਰੀਕਾ ਹੈ, certain people ਕਹਿੰਦੇ ਆ ਕਿ ਕੱਲਾ ਇੱਕ ਹੀ ਤਰੀਕਾ ਹੈ ਕਿ ਆਪਾਂ ਅਥਾਰਟੀ ਨੂੰ ਲੋਕਾਂ ਨੂੰ ਸੁਧਾਰਨ ਦਾ। ਪਰ ਇਹਦੇ 'ਚ ਆਪਾਂ ਗੱਲ ਕੀਤੀ ਕਿ ਨਹੀਂ, ਇੱਕ ਤਰੀਕਾ ਨਹੀਂ ਹੈ, ਆਪਣੇ ਕੋਲ ਹੋਰ ਵੀ ਤਰੀਕੇ ਹੈਗੇ ਆ। ਠੀਕ ਹੈ ਜੀ। ਪਹਿਲਾਂ ਆਪਾਂ ਸ਼ੁਰੂਆਤ ਕੀਤੀ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਵਿੱਚ ਆਪਾਂ ਉਹਨਾਂ ਨੂੰ ਪਹਿਲਾਂ ਫਰੇਜ਼ ਕੀਤਾ ਕਿ ਭਾਵੇਂ ਕਿ ਲੋਕ ਕਹਿ ਰਹੇ ਕਿ ਬਹੁਤ ਸਾਰੇ ਕਾਰਨ ਹੈ। ਠੀਕ ਹੈ ਜੀ। ਫਿਰ ਆਪਾਂ ਕੀਤਾ ਕਿ ਨਹੀਂ, ਕਿ ਬਹੁਤ ਸਾਰੇ ਕਾਰਨ ਹੈ ਲੌਂਗ ਟਰਮ ਰੀਜ਼ਨ ਦੇ ਲਈ, ਪਰ ਇਹ ਸਿਰਫ ਉਹਨਾਂ ਲਈ ਰਾਈਟ ਆ ਜਿਹੜੇ ਕਿ ਹੀਨੀਅਸ ਕ੍ਰਾਈਮ ਕਰਦੇ ਆ। ਤਾਂ BP1 ਦੇ ਵਿੱਚ ਵੀ ਆਪਾਂ ਇੱਥੋਂ ਹੀ ਸ਼ੁਰੂਆਤ ਕੀਤੀ ਹੈ ਜੀ। BP1 ਦੀ ਆਪਾਂ ਗੱਲ ਕੀਤੀ ਹੈ ਕਿ ਹਾਂ, ਕਿ BP1 ਚ ਕੀਤਾ ਕਿ ਜਿਹੜੇ ਕਹਿ ਰਹੇ ਕਿ ਸੋਇਲੀ ਪਾਥ ਆ ਟੂ ਕਰਪ ਦਾ ਕ੍ਰਾਈਮ, ਜਿਹੜੇ ਕਹਿ ਰਹੇ ਕਿ ਕੱਲਾ ਇਹੀ ਕਾਰਨ ਆ, ਤਾਂ ਉਹਦੇ ਲਈ ਆਪਾਂ ਦੱਸਿਆ ਹੈ ਕਿ ਕਿਉਂ ਕਹਿ ਰਹੇ ਆ। ਫਿਰ ਆਪਾਂ ਸ਼ੁਰੂਆਤ ਕੀਤੀ ਕਿ ਹਾਂ, ਜਿਹੜੇ ਕਹਿ ਰਹੇ ਕਿ ਉਹ ਹੋ ਸਕਦਾ ਇਹ ਸੋਚ ਕੇ ਕਹਿ ਰਹੇ ਹੋਣ ਕਿ ਜਿਹੜੇ ਹੀਨੀਅਸ ਕ੍ਰਾਈਮ ਕਰਦੇ ਆ, ਜਾਂ ਫਿਰ ਜਿਵੇਂ ਮਰਡਰ ਹੋ ਗਿਆ ਜਾਂ ਫਿਰ ਰੇਪ ਹੋ ਗਿਆ, ਹੀਨੀਅਸ ਕ੍ਰਾਈਮ ਕਰਨ ਦੇ ਲਈ ਸਹੀ ਆ, ਬਟ ਅਦਰਵਾਈਜ਼ ਇਹ ਸਹੀ ਨਹੀਂ ਆ ਜਿਹੜੇ ਕਿ ਪਿਟੀ ਕ੍ਰਾਈਮ ਕਰਦੇ ਆ। ਠੀਕ ਹੈ। ਮੇਰਾ ਐਸੇ ਸ਼ੁਰੂ ਵੀ ਉੱਥੇ ਹੋਇਆ ਸੀ ਤਾਂ ਖਤਮ ਵੀ ਉੱਥੇ ਹੋਇਆ ਸੀ। ਪੂਰਾ ਆਰਗੇਨਾਈਜ਼ ਆ ਮੇਰਾ ਐਸੇ। ਠੀਕ ਹੈ ਜੀ। ਥੈਂਕ ਯੂ।